ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਾਰ੍ਹਵੇਂ ਮਾਹ ਮਾਂਝ ਮਹਲਾ ਪੰਜਵਾਂ। ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਂਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਂਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼। ਸ਼ਾਮ ਸਮੇਂ ਆਪ ਸਤਸੰਗਤ ਕਰਨ ਦੇ ਕਾਬਲ ਬਣੇ ਹੋ। ਗੁਰੂ ਹਜ਼ੂਰ ਹਾਜ਼ਰੀਨ ਹੋ। ਜੋ ਅੱਜ ਦਾ ਖਾਸ ਕਰਕੇ ਦਿਵਸ ਹੈ, ਇੱਕ ਤੇ ਦੇਸੀ ਮਹੀਨਿਆਂ ਦੇ ਸਿਰਨਾਵੇਂ ਮੁਤਾਬਕ ਅਗਲੇਰਾ ਮਹੀਨਾ ਮਾਘ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸੋ ਸਾਡੀ ਰਿਵਾਇਤ ਮੁਤਾਬਕ ਜਦੋਂ ਦੇਸੀ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ ਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ 12 ਮਹਾਰਚਨਾ ਦਾ ਪਾਠ ਹੁੰਦਾ ਹੈ। ਕਈ ਵਾਰ ਸੰਪੂਰਨ ਹੁੰਦਾ ਹੈ, ਕਈ ਵਾਰ ਸਪੈਸੀਫਿਕਲੀ ਉਸ ਮਹੀਨੇ ਦੇ ਸਿਰਨਾਵੇਂ ਦਾ ਪਦਾ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸੰਦੇਸ਼ ਵਾਲਾ ਪੜ੍ਹਿਆ ਜਾਂਦਾ ਹੈ। ਜਿੱਥੇ ਵਕਤ ਹੁੰਦਾ ਉੱਥੇ ਦਾ ਕੀਰਤਨ ਹੁੰਦਾ ਜਾਂ ਵਿਚਾਰ ਵੀ ਹੁੰਦੀ ਹੈ। ਸੋ ਉਸ ਰਵਾਇਤ ਨੂੰ ਪੂਰੀਆਂ ਕਰਦਿਆਂ ਆਪ ਜੀ ਨੇ 12 ਮਹਾਰਚਨਾ ਦੇ ਵਿੱਚੋਂ ਮਾਘ ਦੇ ਸਿਰਨਾਵੇਂ ਹੇਠ ਜੋ ਮਾਝ ਰਾਗ ਦੇ ਵਿੱਚ ਪਾਵਨ ਬਚਨ ਹੈ 12 ਮਾਹ ਦਾ, ਉਹ ਸਰਵਨ ਕੀਤਾ ਹੈ। ਨਾਲ ਹੀ ਕਿਉਂਕਿ ਸਾਡੇ ਹਿਸਟੋਰੀਕਲੀ ਇਤਿਹਾਸਕ ਤਵਾਰੀਖੀ ਰੰਗ ਵਿੱਚ ਅੱਜ ਦਾ ਦਿਨ ਸਾਡੇ ਪੁਰਖਿਆਂ ਨੇ ਨੀਯਤ ਕੀਤਾ ਹੈ ਖਿਦਰਾਣੇ ਦੀ ਢਾਬ ਦੇ ਉੱਤੇ ਜੋ ਮਰਜੀਵੜਿਆਂ ਨੇ ਤਵਾਰੀਖ ਨੂੰ ਲਹੂ ਦੇ ਰੰਗ ਨਾਲ ਭਰਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਦਾ ਆਖਰੀ ਜੰਗ, ਜਿਨ੍ਹਾਂ ਨੇ ਬੇਤਹਾਸ਼ਾ ਜੰਗਾਂ ਹੀ ਜੰਗਾਂ ਲੜੀਆਂ ਕੁੱਲ ਜੀਵਨ ਦੇ ਵਿੱਚ। ਅਤੇ ਮੈਂ ਅਕਸਰ ਜ਼ਿਕਰ ਕਰਦਾ ਪਾਤਸ਼ਾਹ ਜੀ ਦੇ ਜੀਵਨ ਨੂੰ ਜੇ ਅਸੀਂ ਜੰਗਾਂ ਦੇ ਪਰਿਪੇਖ 'ਚ ਵੇਖਦੇ ਹਾਂ ਅਤੇ ਉਹਨਾਂ ਨੇ ਜੰਗਾਂ ਦੀ ਸ਼ੁਰੂਆਤ ਭਗਾਣੀ ਤੋਂ ਕੀਤੀ। ਪਹਿਲੀ ਜੰਗ ਉਹ ਵੀ ਜਿੱਤ ਤੋਂ ਸ਼ੁਰੂ ਹੋਈ।
ਮਹਾਰਾਜ ਜੀ ਨੇ ਆਖਰੀ ਬੈਟਲ ਮੁਕਤਸਰ ਦੇ ਇਸ ਮੈਦਾਨ ਵਿੱਚ ਜਿਹੜਾ ਹੈਗਾ ਇੱਥੇ ਪਾਇਆ, ਇਹ ਵੀ ਜਿੱਤ ਵਿੱਚ ਸਮਾਪਤ ਕੀਤਾ। ਸੋ ਉਹਨਾਂ ਦੇ ਜੀਵਨ ਵਿੱਚ ਜਿੱਤ ਤੋਂ ਜਿੱਤ ਦਾ ਸਫ਼ਰ ਇੱਥੇ ਆ ਕੇ ਸੰਪੂਰਨ ਹੁੰਦਾ ਹੈ। ਉਹ ਵੀ ਆਪਣੇ ਆਪ ਵਿੱਚ ਤਵਾਰੀਖ ਦੇ ਬਹੁਤ ਸਾਰੇ ਉਹਦੀਆਂ ਰਿਸ਼ਮਾਂ, ਉਹਦੀ ਬੜੀ ਮਹਾਰਾਨਾ ਅਤੇ ਬੜੀ ਮਤਲਬ ਸੋਝੀ ਦੇਣ ਵਾਲੀ ਉਹਦੇ 'ਚ ਸਾਰੇ ਦੀ ਸਾਰੀ ਬਾਤ ਮੌਜੂਦ ਆ। ਉਹਦੇ ਕਈ ਰੰਗ ਨੇ, ਭਾਵੇਂ ਉਹ ਬੇਦਾਵੇ ਵਾਲੇ ਪਾਸਿਓਂ ਆ ਜਾਈਏ, ਭਾਵੇਂ ਉਹਨਾਂ ਦੇ ਵਾਪਸ ਜਾ ਕੇ ਸੁਸਾਇਟੀ ਦੇ ਇੱਕ ਪੂਰੇ ਚੇਂਜ ਨੂੰ ਵੇਖ ਲਈਏ, ਅਤੇ ਘਰਾਂ ਥਾਵਾਂ ਦੇ ਵਿੱਚ ਵੀ ਮਾਈ ਭਾਗ ਕੌਰ, ਮਾਈ ਭਾਗੋ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਦਾ ਜੰਗ ਵਿੱਚ ਆਉਣਾ ਅਤੇ ਘਰਾਂ ਨੂੰ ਪਰਤਣ ਵਾਲਿਆਂ ਨੂੰ ਘਰਾਂ ਦੇ ਜੀਆਂ ਨੇ ਨਾ ਸਵੀਕਾਰਨਾ ਅਤੇ ਕਹਿਣਾ ਕਿ ਜਿਹੜੇ ਗੁਰੂ ਤੋਂ ਮੂੰਹ ਮੋੜ ਆਏ ਉਹ ਸਾਡੇ ਕੀ ਲੱਗਦੇ ਨੇ। ਸੋ ਇੱਕ ਪੂਰੇ ਦਾ ਪੂਰਾ ਇੱਕ ਵੱਡਾ ਇਤਿਹਾਸਕ ਸਾਡੇ ਸਾਹਮਣੇ ਗਿਆਨ ਦਾ ਉਹ ਵੀ ਇੱਕ ਪ੍ਰਚੰਡ ਰੌਸ਼ਨ ਮੀਨਾਰ ਆ। ਸੋ ਕੁਝ ਬਾਤ ਉਸ ਪਰਿਵੇਖ ਵਿੱਚ ਪਾਵਾਂਗੇ, ਪਰ ਜਿਵੇਂ ਬਾਣੀ ਦਾ ਪਦਾ ਆਪਣੇ ਸਰਵਨ ਕੀਤਾ ਹੈ, ਇਹਦੇ ਵਿਆਖਿਆਨ ਤੋਂ ਬਾਅਦ ਪ੍ਰਾਰੰਭ ਕਰੀਏ। ਅਕਸਰ ਜਦੋਂ ਸਾਨੂੰ ਮਹੀਨੇ ਦੇ ਸਿਰਨਾਵੇਂ ਦੀ ਬਾਤ ਕਰਨ ਵਿੱਚ ਜਦੋਂ ਕਿਤੇ ਸਮਾਂ ਬਣਦਾ ਹੈ, ਵਕਤ ਆਉਂਦਾ ਹੈ, ਤਾਂ ਅਸੀਂ 12ਵਾਂ ਰਚਨਾ ਬਾਰੇ ਵੀ ਥੋੜ੍ਹੀ ਬਾਤ ਕਰਦੇ ਹਾਂ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਬਾਣੀ ਰਚੀ ਹੈ ਉਹਦੀਆਂ ਕਈ ਵੰਨਗੀਆਂ ਪਾਈਆਂ ਨੇ। ਕਿਤੇ ਦਿਨ ਰੈਨ ਹੈ, ਕਿਤੇ ਪਹਿਰਿਆਂ ਦੀ ਬਾਣੀ ਹੈ, ਕਿਤੇ ਥਿੱਤਾਂ ਦੀ ਬਾਣੀ ਹੈ, ਕਿਤੇ ਮਹਾਰਾਜ ਨੇ ਸਤਵਾਰਿਆਂ ਦੀ ਬਾਣੀ ਲਿਖੀ ਹੈ। ਸੋ ਇਹ ਸਮੇਂ ਦੇ ਰੂਪਾਂ ਨੂੰ ਫਿਰ ਫੋਕ ਜਿਹੜਾ ਘੋੜੀਆਂ, ਅਲਾਣੀਆਂ, ਇਨ ਬਿਨ ਇਹ ਜਿਹੜਾ 12ਵਾਂ ਹੈ ਇਹ ਦੋਹਾਂ ਰੰਗਾਂ 'ਚ ਆ ਜਾਂਦਾ ਹੈ। ਇਹ ਸਮੇਂ ਦੇ ਰੂਪ ਨੂੰ ਵੀ ਬਿਆਨ ਕਰਦਾ ਹੈ, ਇਹ ਫੋਕ ਦਾ ਵੀ ਰੰਗ ਹੈ, ਕਿਉਂਕਿ ਔਸੀਆਂ ਦੇ ਗੀਤ ਵਿੱਚ ਇਹ ਰੂਪ ਜਾਣਿਆ ਜਾਂਦਾ ਸੀਗਾ। 12ਵਾਂ ਪੰਜਾਬ ਦੇ ਕਾਵ ਜਗਤ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਲੋਕੀ ਕਾਵਮਈ ਅੰਦਾਜ਼ ਦੇ ਵਿੱਚ ਮੌਸਮ ਅਤੇ ਰੁੱਤ ਦੇ ਬਦਲਾਅ ਨੂੰ ਸਾਹਮਣੇ ਰੱਖਦਿਆਂ ਹੋਇਆਂ ਕਵਿਤਾਵਾਂ ਅਤੇ ਕਾਵ ਕਹਿੰਦੇ ਸੀ। ਗੁਰੂ ਸਾਹਿਬ ਨੇ ਜੋ ਇਲਾਹੀ ਸੰਦੇਸ਼, ਜੋ ਉਹਨਾਂ ਨੂੰ ਇਲਹਾਮੀ ਰੰਗ 'ਚ ਬਾਣੀ ਦਾ ਉਹ ਗਿਆਨ ਪ੍ਰਗਟ ਹੁੰਦਾ ਹੈ, ਉਸ ਨੂੰ ਇਸ ਰੂਪ ਵਿੱਚ ਵੀ, ਇਸ ਵਿਧਾ ਵਿੱਚ ਵੀ ਪਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਸੋ ਇਹ ਉਸ ਰੂਪ ਵਿੱਚ ਵੀ ਇੱਕ ਬੜੀ ਵੱਡੀ ਵੰਨਗੀ ਹੈ। ਅਕਸਰ ਬਾਤ ਹੋਈ ਹੈ ਕਿ 12ਵਾਂ ਰਚਨਾ ਜਦੋਂ ਆਪ ਪੜ੍ਹਦੇ ਹੋ ਅਤੇ ਇਹਦੇ ਮਜ਼ਮੂਨ ਦੇ ਵਿੱਚ 3 ਰੰਗ ਬੜੇ ਉਗੜਵੇਂ ਹੁੰਦੇ ਨੇ। ਪਹਿਲਾ ਰੰਗ ਵਿਛੋੜੇ ਦਾ, ਇਸ 12ਵਾਂ ਦੇ ਵਿੱਚ ਵੀ ਮਿਲੇਗਾ ਤੁਹਾਨੂੰ, ਜਿੱਥੋਂ ਪ੍ਰਾਰੰਭਤਾ ਹੁੰਦੀ ਹੈ ਪਹਿਲੇ ਪਦੇ ਤੋਂ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ, 4 ਕੁੰਟ ਧੰਦਿਸ ਪਰਮੇ ਥਕੇ ਆਏ ਪ੍ਰਭ ਕੀ ਸ਼ਾਮ, ਤੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਲ ਬਿਨ ਸਾਹ ਕੋ ਮਿਲਾਵਤੀ ਉਪਜੈ ਨਾਹੀ ਦਾਮ। ਸਾਹਿਬ ਵਿਛੋੜੇ ਦੀ ਬਾਤ ਕਰਦੇ ਤੇ ਬਿਆਨ ਕਰਦੇ ਕਿ ਕਰਤਾਰ ਤੋਂ ਵਿਛੜੇ ਹੋਏ ਜੀਅ ਦੀ ਕੀ ਹਾਲਤ ਹੁੰਦੀ ਹੈ। ਮਿਸਾਲਾਂ ਦੇ ਤੌਰ 'ਤੇ ਮਹਾਰਾਜ ਨੇ ਉੱਥੇ ਮੈਟਾਫੋਰਿਕ ਵੇ ਦੇ ਨਾਲ ਤੇਨ ਦੁਧੈ ਤੇ ਬਾਹਰੀ, ਦੁਧਾਰੂ ਪਸ਼ੂ ਖਾਸ ਕਰਕੇ ਗਾਂ ਨੂੰ ਦੁੱਧ ਦੇਣ ਦਾ ਗੁਣ ਕੁਦਰਤ ਨੇ ਦਿੱਤਾ, ਉਹਦੇ ਕੋਲੋਂ ਗੁਣ ਖੁੱਸ ਜਾਏ, ਉਹਦੀ ਹਾਲਤ ਕੀ ਹੋਏਗੀ? ਉਹਨੂੰ ਕੋਈ ਕਿੱਲੇ ਤੇ ਨਹੀਂ ਬੰਨੇਗਾ, ਉਹਦੀ ਕੋਈ ਟੇਕ ਕੇਅਰ ਨਹੀਂ ਕਰੇਗਾ, ਉਹਦਾ ਕੋਈ ਮਾਲਕ ਨਹੀਂ ਬਣੇਗਾ, ਵਾਲੀ ਵਾਰਸ ਨਹੀਂ ਬਣੇਗਾ। ਉਹ ਜਗ੍ਹਾ ਜਗ੍ਹਾ 'ਤੇ ਜਾਏਗੀ, ਉਹਨੂੰ ਕੋਈ ਆਪਣੇ ਘਰ 'ਤੇ ਨਹੀਂ ਬਹਿਣ ਦੇਵੇਗਾ, ਬਲਕਿ ਉਹਨੂੰ ਠੋਕਰਾਂ ਪੈਣਗੀਆਂ। ਸੋ ਮਿਸਾਲ ਉਸ ਖਿੱਤੇ ਦੇ ਵਿੱਚੋਂ, ਉਸ ਜਿਹੜਾ ਗਿਵਨ ਜੋਗ੍ਰਾਫੀਕਲ ਸਟਰਕਚਰ ਸੀ ਜਿਹਦੇ 'ਚ ਮਹਾਰਾਜ ਨੇ ਬਾਣੀ ਉਚਾਰੀ, ਉਹਦੇ 'ਚੋਂ ਬਿਆਨ ਕੀਤਾ ਕਿ ਜਿਵੇਂ ਉਹਦੀ ਹਾਲਤ ਹੁੰਦੀ ਹੈ, ਉਹੋ ਜਿਹੀ ਹਾਲਤ ਉਸ ਜੀਵ ਦੀ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟ ਗਿਆ ਹੈ। ਸੋ ਇਸ ਕਰਕੇ ਰਜੋਈ ਹੈ, ਮਾਲਕ ਵਿਛੜੇ ਨੂੰ ਆਪਣੇ ਆਪ ਨਾਲ ਮਿਲਾ ਲੈ, ਅਤੇ ਮੇਰੇ ਤੋਂ ਤਵੱਕੋ ਨਾ ਕਰੀ ਕਿ ਮੈਂ ਆਪ ਤੇਰੇ ਨਾਲ ਮਿਲ ਸਕਾਂਗਾ, ਕਿਉਂਕਿ ਮੈਂ ਤੇ ਉਹ ਕਰਮ ਕਰ ਰਿਹਾ ਜਿਹੜੇ ਤੇਰੇ ਤੋਂ ਵਿਛੋੜਾ ਪਾਣ ਮੈਨੂੰ, ਠੀਕ ਹੈ ਨਾ। ਕਿਰਤ ਕਰਮ ਕੇ ਵਿਛੁੜੇ, ਹਾਂ ਤੂੰ ਰਹਿਮਤ ਕਰੇ ਕਰ ਕਿਰਪਾ ਮਿਲੋ ਰਾਮ, ਹੋ ਸਕਦਾ ਤੂੰ ਕਿਰਪਾ ਦੇ ਘਰ ਵਿੱਚ ਆਏ ਤੇ ਮਿਲਾ ਲੈ ਮੈਨੂੰ। ਸੋ ਇੱਥੋਂ ਬਾਤ ਕੀਤੀ ਗਈ। ਫਿਰ ਇਹ ਹੈ, ਕਈ ਵਾਰ ਅਸੀਂ ਪ੍ਰੋਬਲਮ ਟਾਕ ਕਰਦੇ ਹਾਂ ਅਤੇ ਬੜੇ ਜਿਹਨੂੰ ਕਿਹਾ ਜਾਏ ਕਿ ਪੈਸੀਮਿਸਟਿਕ ਹੋ ਜਾਂਦੇ ਹਾਂ, ਬੜੇ ਆਸ ਛੱਡ ਦਿੰਦੇ ਹਾਂ, ਕਿਉਂਕਿ ਪ੍ਰੋਬਲਮ ਟਾਕ ਜਿਹੜੀ ਆ ਉਹ ਹਮੇਸ਼ਾ ਬੰਦੇ ਨੂੰ ਨੈਗੇਟਿਵ ਲੈ ਜਾਂਦੀ ਹੈ। ਬੰਦਾ ਕਿਸੇ ਮੁਸ਼ਕਲ ਦੀ ਗੱਲ ਕਰਦਾ ਅਤੇ ਬਿਲਕੁਲ ਹੌਕੇ ਲੈਣ ਲੱਗ ਜਾਂਦਾ, ਕੀ ਬਣੇਗਾ। ਸੋ ਸਾਡੀ ਇੱਕ ਅਧਿਆਤਮੀ ਤਲ ਦੇ ਉੱਤੇ ਸਪਿਰਿਚੁਅਲ ਸਾਈਡ ਤੋਂ ਬੜਾ ਵੱਡਾ ਇਸ਼ੂ ਹੈ ਜਿਹੜਾ ਗੁਰੂ ਸਾਹਿਬ ਡਿਸਕਸ ਕਰਦੇ ਨੇ। ਪਰ ਸਾਹਿਬ ਨਿਰੇ ਇੱਥੇ ਪੈਸੀਮਿਸਟਿਕ ਨਹੀਂ ਰਹਿੰਦੇ, ਮਹਾਰਾਜ ਨਾਲ ਦੀ ਨਾਲ ਜਿਹੜਾ ਆਪਟੀਮਿਸਟਿਕ ਵੇ ਹੈ, ਰੰਗ ਹੈ, ਉਹ ਵੀ ਨਾਲ ਬਿਆਨ ਕਰਦੇ, ਇਹਦੇ 'ਚ ਆਸ ਦੀ ਕਿਰਨ ਨਹੀਂ ਛੱਡਦੇ। ਸਾਹਿਬ ਜਦੋਂ ਦੂਸਰਾ ਪਦਾ ਪ੍ਰਾਰੰਭ ਹੁੰਦਾ ਅਤੇ ਮਹੀਨੇ ਦਾ ਪਹਿਲਾ ਸਿਰਨਾਵਾ ਆਉਂਦਾ, ਸਾਹਿਬ ਜ਼ਿਕਰ ਕਰਦੇ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ, ਘਬਰਾ ਨਾ
ਚੇਤੇ ਕਰ ਉਹਨੂੰ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੂੰ ਅਸਲ ਮੂਲ ਰੂਪ ਆ, ਉਹਦੇ ਨਾਲ ਯਾਦ ਦਾ ਰਿਸ਼ਤਾ ਜੋੜ। ਜੇ ਤੇਰੀ ਯਾਦ ਵਿੱਚ ਉਹ ਆ ਗਿਆ, ਯਾਦਾਸ਼ਤ ਵਿੱਚ ਪਰਤ ਆਇਆ, ਤੇ ਡੈਫੀਨੇਟਲੀ ਤੇਰੇ ਸੋਚਾਂ ਤੇ ਵਿਚਾਰਾਂ ਦੇ ਮੰਡਲ 'ਚ ਉਕਰੇਗਾ, ਤੇ ਜਿਹੜਾ ਸੋਚਾਂ ਤੇ ਵਿਚਾਰਾਂ ਦੇ ਮੰਡਲ 'ਚ ਉਕਰੇਗਾ ਤੇਰੇ ਅਮਲ ਵਿੱਚੋਂ ਪ੍ਰਗਟ ਹੋਏਗਾ। ਤੇ ਵੇਖੀ ਜਦੋਂ ਅਮਲ ਬੰਦਾ ਆਪਣੇ ਬਦਲ ਲੈਂਦਾ ਹੈ ਤੇ ਫਿਰ ਕਰਤਾਰ ਵੀ ਦੂਰ ਨਹੀਂ ਰਹਿ ਜਾਂਦਾ। ਕਰਮ ਚੰਗੇਰੇ ਨੇ ਤਾਂ ਕਰਮ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਉਹ ਵੀ ਆਦਰਸ ਦਿੰਦਾ ਹੈ, ਉਹ ਵੀ ਆ ਜਾਂਦਾ ਹੈ। ਸੋ ਇਸ ਰੂਪ ਵਿੱਚ ਆਸ ਦੀ ਬਾਤ ਮਹਾਰਾਜ ਨੇ ਵਧਾਈ। ਫਿਰ ਜਿਵੇਂ ਜਿਵੇਂ ਪਦੇ ਅਗਾਂਹ ਵਧੇ, ਜੇਠ ਜੁੜਨ ਦਾ ਲੋੜੀਆ ਜਿਸ ਅੱਗੇ ਸਭ ਨੇ ਵੰਨ, ਇਹਦੀ ਬਾਤ ਹੋ ਰਹੀ ਸੀ। ਵੈਸਾਖ ਧੀਰਣ ਕਿਉਂ ਵਾਂਡੀਆਂ ਜਿਨ੍ਹਾਂ ਪ੍ਰੇਮ ਵਿਛੋ, ਇਹਦੀ ਬਾਤ ਹੋਣ ਲੱਗ ਗਈ। ਫਿਰ ਅੱਗੇ ਜਾ ਕੇ ਆਸਾੜ ਤਪੰਦਾ ਤਿਸ ਲੱਗਾ, ਫਿਰ ਸਾਵਣ ਸਰਸੀ ਕਾਮਣੀ, ਭਾਦੋਂ ਪਰਮ ਪੁਲਾਣੀਆਂ, ਅਸੁਨ ਪ੍ਰੇਮ ਉਮਾਹੜਾ। ਫਿਰ ਕੰਟੀਨਿਊ ਕਰਦਿਆਂ ਬੀਤੇ 'ਚ ਅਸੀਂ ਪੜ੍ਹਿਆ ਪੋਖ ਤੁਖਾਰ ਨ ਵਿਆਪੀ ਕੰਠ ਮਿਲਿਆ ਹਰਨਾ। ਇੱਥੋਂ ਤੱਕ ਬਾਤ ਆਈ ਕਿ ਜਿਨ੍ਹਾਂ ਦੇ ਕੰਠ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਤੁਖਾਰ ਨਹੀਂ ਵਿਆਪਦਾ। ਬਾਹਰ ਪਏ ਠੰਡ ਜਿੰਨੀ ਮਰਜ਼ੀ ਬਰਫ਼, ਪਰ ਉਹਨਾਂ ਦਾ ਜੀਵਨ ਅਸੂਲਾਂ ਦੇ ਅਤੇ ਪ੍ਰਭੂ ਦੀ ਯਾਦ ਦੇ ਨਿੱਘ ਦੇ ਨਾਲ ਪ੍ਰਣਾਇਆ ਰਹਿੰਦਾ ਹੈ। ਉਸੇ ਰੰਗ ਵਿੱਚ ਹੁਣ ਆਗਲਾਰਾ ਬਚਨ ਸਾਡੇ ਸਾਹਮਣੇ ਹੈ, ਜੇ ਸਾਹਿਬ ਨੇ ਕਿਹਾ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਿੱਖਿਆਤਮਕ ਪੱਖ ਤੋਂ ਗੁਰੂ ਅਰਜਨ ਸਾਹਿਬ ਸਾਨੂੰ ਕੁਝ ਸਮਝਾ ਰਹੇ ਨੇ। ਇਹ ਵੀ ਇਹਦੇ ਨਾਲ ਮੈਂ ਬਾਤ ਛੋਟੀ ਜਿਹੀ ਬਿਆਨ ਕਰਾਂ ਕਿ ਜਿਹੜੀ ਮਾਘੀ ਜਿਵੇਂ ਕਹਿ ਦਿੰਦੇ ਆ, ਜਾਂ ਮਕਰ ਸੰਕ੍ਰਾਂਤੀ, ਜਾਂ ਕਿਉਂਕਿ ਸੰਗਰਾਂਦ ਕਹਿੰਦੇ ਆ ਜਿਹਨੂੰ ਅਸੀਂ, ਤੇ ਮਕਰ ਜਿਹਨੂੰ ਅਸੀਂ ਮੱਘਰ ਕਹਿੰਦੇ ਆ, ਉਸ ਰੂਪ ਵਿੱਚ ਉਹ ਕਿਹਾ ਜਾਂਦਾ ਹੈ। ਇਹਨੂੰ ਬੜਾ ਵੱਡਾ ਤੀਰਥ ਦੇ ਪਰਪਸ ਨੂੰ, ਭਾਵ ਇਸ਼ਨਾਨ ਕਰਨ ਦੇ ਮਹਾਤਮ ਨੂੰ ਮੁੱਖ ਰੱਖਦਿਆਂ ਹੋਏ ਲੋਕੀ ਧਾਰਮਿਕ ਸਥਾਨਾਂ 'ਤੇ ਜਾ ਕੇ ਚੁੱਭੇ ਲਾਉਂਦੇ ਨੇ। ਭਾਰਤੀ ਖਿੱਤੇ ਦੇ ਵਿੱਚ ਜਿਵੇਂ ਪ੍ਰਯਾਗਰਾਜ ਹੈ, ਜਿਹਨੂੰ ਇਲਾਹਾਬਾਦ ਕਿਹਾ ਜਾਂਦਾ ਸੀਗਾ, ਉੱਥੇ ਜਾ ਕੇ ਨਹਾਉਣਾ, ਤ੍ਰਿਵੇਣੀ 'ਚ ਨਹਾਉਣਾ, ਦਰਿਆਵਾਂ 'ਚ ਨਹਾਉਣਾ, ਤਾਂ ਕਿ ਬੰਦੇ ਨੂੰ ਮੋਕਸ਼ ਪ੍ਰਾਪਤ ਹੋਏ, ਧਾਰਮਿਕ ਤੌਰ 'ਤੇ ਕੋਈ ਸਿੱਧੀ ਪ੍ਰਾਪਤ ਹੋਏ। ਇਸ ਸਭ ਦੇ ਉੱਤੇ ਬੜਾ ਜ਼ੋਰ ਦਿੱਤਾ ਜਾਂਦਾ ਸੀਗਾ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜਿੰਨੇ ਕਿਸਮ ਦੇ ਵੀ ਬੰਦਾ ਧਰਮ ਦੇ ਨਾਂ 'ਤੇ ਕਰਮ ਕਰਦਾ ਸੀਗਾ, ਜਿਹਨਾਂ ਨੂੰ ਅਸੀਂ ਰਿਚੁਅਲਿਜ਼ਮ ਕਹਿੰਦੇ ਆ, ਮਹਾਰਾਜ ਇਹਨਾਂ ਨੂੰ ਨਖਿੱਧ ਕਿਹਾ ਇਹਨਾਂ 'ਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਹੈ। ਹਾਂ, ਜੇਤੇ ਰੇ ਤੀਰਥ ਨਹਾਏ ਅਹੰਗ ਬੁੱਧ ਮੈਲ ਲਾਏ। ਹੰਕਾਰ ਜ਼ਰੂਰ ਵੱਜ ਜਾਏਗਾ ਬੰਦਾ, ਇਹ ਤੇ ਬੜਾ ਹੋ ਜਾਏਗਾ ਹੰਕਾਰੀ ਵੀ ਮੈਂ ਬੜੇ ਧਰਮ ਦੇ ਕਰਮ ਕਰਦਾ, ਪਰ ਪ੍ਰਾਪਤੀ ਕੁਝ ਨਹੀਂ ਇਹਦੇ ਵਿੱਚ। ਸਾਹਿਬ ਨੇ ਕਿਹਾ ਜੇ ਤੀਰਥਾਂ ਤੇ ਵੀ ਜਾ ਰਹੇ ਆ ਤੇ ਆਪਣੇ ਵੱਲ ਮਾੜੀ ਝਾਤ ਮਾਰ ਕੇ ਵੇਖੀ ਤੇਰੀ ਹਾਲਤ ਕੀ ਹੈ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਮਨ ਦੇ ਵਿੱਚ ਖੋਟ ਪਿਆ, ਤਨ ਵਿੱਚ ਚੋਰ ਪਿਆ, ਤੀਰਥ ਤੇ ਕੀ ਨਹਾਏਗਾ ਜਾ ਕੇ? ਆਪ ਸੁਧਾਰ ਕਰ, ਕੰਗੀ ਫੇਰ, ਆਪਣੀਆਂ ਗੁੰਝਲਾਂ ਲਾ, ਮਨ ਦੀ ਦੁਨੀਆ ਨੂੰ ਸਵਾਰ ਕਿਉਂ ਗਵਾਚ ਰਿਹਾ ਹੈ? ਮਹਾਰਾਜ ਨੇ ਅਹਿਸਾਸ ਕੀਤਾ, ਦੇਖ ਸਰਲ ਭਾਵ ਦੇ ਵਿੱਚ ਜੀਵਨ ਦੇ ਵਿੱਚ ਅਲਾਮਤਾਂ ਕੀ ਨੇ, ਇਹਦਾ ਜ਼ਿਕਰ ਆਏਗਾ ਇਹਨਾਂ ਪਦਿਆਂ ਦੇ ਵਿੱਚ ਵੀ, ਪਰ ਬੁਨਿਆਦੀ ਤੌਰ ਤੇ ਬਾਤ ਕਰਾਂ। ਮਹਾਰਾਜ ਜੀ ਬਚਨ ਪੜ੍ਹਦੇ ਆ, ਸਾਹਿਬ ਕਹਿੰਦੇ ਪਾਪ ਕਰੈ ਪੰਚਾਂ ਕੇ ਬਸਰੇ। ਪੰਜ ਚੋਰ ਸਿਰ ਤੇ ਸਵਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਾਪ ਕਰਾ ਰਹੇ ਨੇ। ਕਿਤੇ ਲੋਭ ਜ਼ੋਰ ਪਾ ਰਿਹਾ, ਕਿਤੇ ਕ੍ਰੋਧ ਜ਼ੋਰ ਪਾ ਰਿਹਾ, ਕਿਤੇ ਵਾਸ਼ਨਾ ਜ਼ੋਰ ਪਾ ਰਹੀ, ਕਿਤੇ ਹੰਕਾਰ ਜ਼ੋਰ ਪਾ ਰਿਹਾ। ਉਹਨਾਂ ਦੇ ਵਸ ਹੋਇਆ ਬੰਦਾ ਕੁਕਰਮ ਕਰ ਰਿਹਾ, ਤੇ ਫਿਰ ਸੋਚਦਾ ਇਹ ਹੈ ਤੀਰਥ ਤੇ ਨਹਾ ਕੇ ਜਾ ਕੇ ਤੇ ਮੈਂ ਪਵਿੱਤਰ ਹੋ ਜਾਵਾਂਗਾ। ਸਾਹਿਬ ਕਹਿੰਦੇ ਕਿਉਂ ਆਪਣੇ ਆਪ ਨੂੰ ਚੀਟ ਕਰ ਰਿਹਾ ਹੈ? ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੇ। ਤੀਰਥ ਤੇ ਜਾ ਕੇ ਚੁੱਭਾ ਲਾਇਆ ਤੇ ਕਿਆ ਲੈ ਗਏ ਸਾਰੇ, ਤੇ ਫਿਰ ਹੁੰਦਾ ਕੀ ਹੈ? ਬਹੁਰ ਕਮਾਵੇ ਹੋਏ ਨਿਸੰਕ। ਫਿਰ ਨਿਸੰਗ ਹੋ ਜਾਂਦਾ, ਜਿਹਨੂੰ ਅਸੀਂ ਪੰਜਾਬੀ ਜ਼ਬਾਨ ਵਿੱਚ ਆਮ ਕਰਕੇ ਲਫ਼ਜ਼ ਕਹਿੰਦੇ ਆ ਬੇਹਯਾ, ਬੇਸ਼ਰਮ, ਕਿ ਹੈ ਹੀ ਨਹੀਂ, ਅਹਿਸਾਸ ਹੀ ਨਹੀਂ ਕਿ ਮੈਂ ਕਰ ਕੀ ਰਿਹਾ ਵਾਂ। ਸੋ ਬਹੁਰ ਕਮਾਵੇ ਹੋਏ ਨਿਸੰਕ, ਜਮਪੁਰ ਬਾਦ ਖਰਾ ਕਲੰਕ। ਸਾਹਿਬ ਕਹਿੰਦੇ ਇਹੋ ਜਿਹਾ ਕਲੰਕਤ ਬੰਦਾ ਜਮਾਂ ਦੀ ਪੂਰੀ ਜਾਏਗਾ, ਉਹਨੂੰ ਕੋਈ ਨਹੀਂ ਬਚਾ ਸਕਦਾ। ਫਿਰ ਸਾਹਿਬ ਮਹਾਰਾਜ ਇਸ਼ਨਾਨ ਕੀ ਹੈ? ਬਾਣੀ ਨੇ ਬਚਨ ਕਿਹਾ, ਦੇਖ ਨਹਾਣਾ ਹੀ ਨਾ। ਹਾਂ ਮਹਾਰਾਜ। ਤੇ ਸਾਹਿਬ ਕਹਿੰਦੇ ਫਿਰ ਆ ਨਾ, ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ। ਆ ਕਿਉਂ ਨਹੀਂ ਨਹਾਉਂਦਾ? ਆਤਮ ਤੀਰਥ ਦੇ ਉੱਤੇ ਕਿਉਂ ਨਹੀਂ ਜਾਂਦਾ? ਇਹਨੂੰ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਚ ਵਾਰ-ਵਾਰ ਬਿਆਨ ਕੀਤਾ। ਸਭ ਜ਼ਿਕਰ ਕਰਦੇ ਲੋਕੀ ਉਹ ਨੇ ਜਿਹੜੇ ਬਹਿਰੂਨੀ ਤੌਰ ਤੇ ਸਰੀਰ ਧੋ ਕੇ, ਜਿਹਨੂੰ ਸਾਹਿਬ ਨੇ ਕਿਹਾ ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ। ਜਿਹੜੇ ਪਿੰਡੇ ਨੂੰ ਧੋਂਦੇ ਨੇ ਬਾਹਰੋਂ, ਸਰੀਰ ਧੋ ਕੇ ਬੈਠਦੇ ਤੇ ਕਹਿੰਦੇ ਅਸੀਂ ਬੜੇ ਸੁੱਚੇ ਹੋ ਗਏ। ਸਾਹਿਬ ਕਹਿੰਦੇ ਨਹੀਂ ਨਹੀਂ, ਸੁੱਚਾ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਅਸਲ ਸੁੱਚੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਕਰਤਾਰ ਦਾ ਪੈ ਭਾਵ ਹੈ। ਸੋ ਇਸ ਅਹਿਸਾਸ ਨੂੰ ਸਾਹਿਬ ਨੇ ਸਾਹਮਣੇ ਰੱਖਦਿਆਂ ਹੋਇਆ ਕਿਹਾ, ਦੇਖ ਮਾਘੀ ਦਾ ਤੀਰਥ ਉਹ ਨਹੀਂਗਾ ਕਿ ਬਾਹਰ ਤੂੰ ਪਾਣੀ 'ਚ ਚੁੱਭਾ ਲਾ ਕੇ ਆ ਜਾਏ, ਬਲਕਿ ਮਾਘੀ ਦਾ ਤੀਰਥ ਹੈ ਮਾਘ ਮਜਨ
ਸੰਗ ਸਾਧੂਆਂ, ਸਾਧੂ ਜਨਾਂ ਦੇ ਸੰਗ ਵਿੱਚ ਜਾ ਕੇ ਇਸ਼ਨਾਨ ਕਰਿਆ ਕਰ। ਸੰਗਤ ਦਾ ਪ੍ਰਭਾਵ ਅਲਾਹੀ ਹੈ। ਭਾਵੇਂ ਤੁਸੀਂ ਮਾਡਰਨ ਵਰਲਡ ਵਿੱਚ ਆ ਜਾਓ, ਪੋਸਟ ਮਾਡਰਨ ਪੀਰੀਅਡ ਵਿੱਚ ਆ ਜਾਓ, ਤੁਸੀਂ ਅੱਜ ਦੀ ਦੁਨੀਆ ਦਾ ਜਿਹੜਾ ਮਰਜ਼ੀ ਲਿਟਰੇਚਰ ਪੜ੍ਹ ਲਓ, ਸਕਾਲਰ ਪੜ੍ਹ ਲਓ, ਜਿੱਥੇ ਮਰਜ਼ੀ, ਜਿਹੜੀ ਸੰਗਤ ਹੈ, ਜਿਹੜਾ ਆਲਾ ਦੁਆਲਾ ਹੈ ਤੁਹਾਡਾ, ਉਹੀ ਤੁਹਾਡੀ ਸੋਚ ਨੂੰ ਐਕਚੁਅਲ ਲੈਵਲ ਤੇ ਲੀਡ ਕਰਦਾ ਹੈ। ਸਾਹਿਬ ਪਾਤਸ਼ਾਹ ਨੇ ਵਾਰ-ਵਾਰ ਇਹਦਾ ਅਹਿਸਾਸ ਕਰਾਇਆ। ਹੁਣ ਤਵਾਰੀਖੀ ਰੰਗ ਵਿੱਚ ਮੈਂ ਕੁਝ ਚੀਜ਼ਾਂ ਬਿਆਨ ਕਰਾਂ। ਦੇਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਸਾਹਿਬ ਦਾ 10ਵਾਂ ਜਾਮਾ ਹੈ। ਬਾਬਾ ਨਾਨਕ ਜੀ ਨੇ ਸੁਪਨਾ ਲਿਆ ਸੀਗਾ ਕਿ ਇਸ ਮਾਨਵਤਾ ਜਿਹੜੀ ਗਵਾਚ ਗਈ ਹੈ, ਇਹਨੂੰ ਵਾਪਸ ਟਰੈਕ ਤੇ ਲੈ ਕੇ ਆਉਣਾ ਹੈਗਾ। ਜਿੱਦਣ ਬਾਬਾ ਜੀ ਨੇ ਕਰਤਾਰਪੁਰ ਦੀ ਨੀਂਹ ਰੱਖੀ, ਕਰਤਾਰਪੁਰ ਵਸਾਨ ਦੀ ਬਾਤ ਤੋਰੀ, ਅਜੇ ਨੀਂਹ ਨਹੀਂ ਰੱਖੀ, ਜੇ ਤੋਰੀ ਬਾਤ, ਤੇ ਬਾਬਾ ਜੀ ਨਾਲ ਸਭ ਤੋਂ ਵੱਧ ਪਿਆਰ ਕਰਨ ਵਾਲਾ ਉਸ ਜਿਹੜੇ ਗਿਰਾਂ 'ਚ ਬਾਬਾ ਜੀ ਦੀ ਪ੍ਰਕਾਸ਼ ਹੋਇਆ, ਆਮਦ ਹੋਇਆ ਸੀਗਾ, ਤਲਵੰਡੀ ਦੇ ਵਿੱਚ ਰਾਏ ਬੁਲਾਰ, ਜਿਹਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਹੈ, ਉਹ ਤੇ ਬਾਬਾ ਜੀ ਦੇ ਚਰਨਾਂ ਤੇ ਆਪਣਾ ਜਿਹੜਾ ਹੈਗਾ ਸਿਜਦਾ ਕਰਦਾ ਤੇ ਗੁਰੂ ਸਾਹਿਬ ਨੂੰ ਇੱਕ ਮੁਰਸ਼ਿਦ ਕਾਮਲ ਦੇ ਰੂਪ ਵਿੱਚ ਸਵੀਕਾਰ ਕਰਦਾ। ਤੇ ਜਦੋਂ ਉਹਨੇ ਸੁਣਿਆ ਕਿ ਗੁਰੂ ਨਾਨਕ ਸਾਹਿਬ ਤੇ ਇਸ ਨਗਰ ਨੂੰ ਛੱਡ ਕੇ ਜਾਣ ਦੀ ਪਰਮਾਨੈਂਟਲੀ ਗੱਲ ਕਰ ਰਹੇ ਨੇ, ਪਹਿਲਾਂ ਤੇ ਉਦਾਸੀਆਂ ਤੇ ਗਏ ਨਾ, ਪਹਿਲੀ ਉਦਾਸੀ ਤੇ ਗਏ ਮੇਰੀ ਤੇ, ਜਦੋਂ ਬਾਬਾ ਜੀ ਆਏ ਵਾਪਸ ਤੇ ਕਿਹਾ ਕਿ ਹੁਣ ਤੁਸੀਂ ਇੱਕ ਕੰਮ ਕਰਿਓ, ਮੈਂ ਕਿਉਂਕਿ ਉਹ ਵਡੇਰਾ ਹੋ ਗਿਆ ਸੀ, ਕਾਫੀ ਬਿਰਧ ਸੀਗਾ, ਮੈਂ ਬੁੱਢੜਾ ਭੀਸ਼ ਹੋ ਗਿਆ, ਹੁਣ ਇਸ ਨਗਰ ਵਿੱਚੋਂ ਪੈਰ ਉਦੋਂ ਬਾਹਰ ਪਾਇਓ ਜਦੋਂ ਇਹ ਬੁੱਢੜਾ ਵਿਦਾ ਹੋ ਗਿਆ। ਅਜੇ ਬਾਤ ਉਹ ਕਰ ਰਹੇ ਸੀਗੇ, ਭਾਈ ਮਰਦਾਨਾ ਜੀ ਨੇ ਵਿੱਚ ਹੀ ਟੋਕਦਿਆਂ ਕਿਹਾ ਕਿ ਰਾਏ ਸਾਹਿਬ, ਛੋਟਾ ਮੂੰਹ ਤੇ ਵੱਡੀ ਗੱਲ, ਜਦੋਂ ਵੱਡੇ ਗੱਲ ਕਰਦੇ ਹੁਣ ਛੋਟਿਆਂ ਨੂੰ ਨਹੀਂ ਬੋਲਣਾ ਚਾਹੀਦਾ, ਪਰ ਮੈਂ ਗੁਸਤਾਖੀ ਲਈ ਮਾਫੀ ਚਾਹਾਂਗਾ। ਸੱਚ ਇਹ ਹੈ, ਬਾਬਾ ਜੀ ਦਾ ਆਲਰੇਡੀ ਪ੍ਰੋਗਰਾਮ ਬਣਿਆ ਹੈਗਾ। ਬਾਬਾ ਜੀ ਪਹਿਲਾਂ ਹੀ ਇਹ ਤੈਅ ਕਰ ਚੁੱਕੇ ਨੇ ਕਿ ਅਸੀਂ ਇੱਕ ਨਵਾਂ ਨਗਰ ਵਸਾਵਾਂਗੇ। ਰਾਏ ਬੁਲਾਰ ਕਹਿੰਦੇ, ਜਿਉ ਸਦਕੇ, ਐਡਾ ਵੱਡਾ ਇਲਾਕਾ ਸਰਜ਼ਮੀਨ ਹੈ ਸਾਡੇ ਕੋਲ, ਆਪ ਤਲਵੰਡੀ ਤੋਂ ਬਾਹਰ ਜਿੱਥੇ ਕਹਿੰਦੇ ਮੋੜੀ ਕੱਢ ਦਿੰਦੇ ਆ, ਬਣਾ ਦਿੰਦੇ ਆ, ਹਵੇਲੀ ਬਣਾਉਣੀ ਹੈ, ਮਕਾਨ ਬਣਾਉਣਾ ਹੈ। ਬਾਬਾ ਨਾਨਕ ਜੀ ਕਹਿੰਦੇ, ਨਹੀਂ ਰਾਏ ਸਾਹਿਬ, ਇਸ ਤਲਵੰਡੀ ਦੇ ਗਿਰਦੇ ਰਵਾਨ ਦੇ ਵਿੱਚ ਨਹੀਂ ਵਸਾਉਣਾ ਕੁਛ, ਸਾਰੀਆਂ ਬਸਤੀਆਂ ਤੋਂ ਦੂਰ ਇੱਕ ਬਸਤੀ ਵਸਾਉਣੀ ਹੈ। ਉਹ ਕਹਿੰਦੇ, ਜੀ ਉਹ ਕਿਉਂ? ਬਾਬਾ ਜੀ ਕਹਿੰਦੇ, ਇਸ ਕਰਕੇ ਕਿਉਂਕਿ ਨਵੇਂ ਮਨੁੱਖ ਦੀ ਘਾੜਤ ਕੱਢਣੀ ਹੈ। ਕਹਿੰਦੇ, ਇੱਥੇ ਕਿਉਂ ਨਹੀਂ ਕੱਢਦੇ? ਬਾਬਾ ਜੀ ਕਹਿੰਦੇ, ਨਾ, ਪੁਰਾਣੀ ਸੋਚ ਦੀ ਇੱਕ ਵੀ ਪਿੱਲੀ ਇੱਟ ਨਹੀਂ ਲਾਣੀ ਵਿੱਚ, ਬਿਲਕੁਲ ਨਵੀਂ ਉਸਾਰੀ। ਤੇ ਉਸ ਨਵੀਂ ਉਸਾਰੀ ਨੂੰ ਪਤਾ ਕੀ ਨਾਂ ਦਿਆਂਗੇ? ਖਾਲਿਸ। ਇਹ ਹੈ ਐਕਚੁਅਲ ਲੈਵਲ ਤੇ ਬਾਤ। ਸਾਹਿਬ ਮਹਾਰਾਜ ਨੇ ਉਸ ਖਾਲਿਸ ਰੰਗ ਨੂੰ ਧਰਤੀ ਤੇ ਲਿਆਂਦਾ, ਜਿਸ ਖਾਲਿਸ ਰੰਗ ਨੂੰ ਵੇਖ ਕੇ ਜਦੋਂ ਪੜ੍ਹ ਕੇ ਬੰਦਾ ਅਹਿਸਾਸ ਕਰਦਾ ਹੈ, ਕਈ ਵਾਰ ਸੋਚਦਾ, ਇਟਸ ਟੂ ਗੁੱਡ ਟੂ ਬਲੀਵ, ਵੀ ਐਵੇਂ ਵੀ ਕਦੀ ਹੋ ਸਕਦਾ ਹੈ, ਇਸ ਤਰ੍ਹਾਂ ਵੀ ਸਮਾਜ ਬਦਲ ਸਕਦਾ ਹੈ। ਉਸ ਦੌਰੇ ਇਹਤਰਾਮ ਦੇ ਵਿੱਚ, ਜਿਹਦੇ ਸਾਹਮਣੇ ਸ਼ਾਇਦ ਕੋਈ ਖੜਨ ਦੀ ਜੁਰਤ ਵੀ ਨਾ ਕਰੇ, ਮਤਲਬ ਮੈਡੀਵਲ ਪੀਰੀਅਡ ਹੋਏ, ਜ਼ੁਲਮ ਦੀ ਇੰਤਹਾ ਹੋਏ, ਕੋਈ ਕਿਸੇ ਦੀ ਅਕਾਊਂਟੇਬਿਲਿਟੀ ਨਹੀਂ, ਜੋ ਰਾਜੇ ਨੇ ਕਹਿ ਦਿੱਤਾ ਉਹ ਆਖਰੀ ਮਤਲਬ ਸੱਚ ਹੋ ਜਾਣਾ ਹੈ। ਤੇ ਰਾਜਾ ਵੀ ਐਡੀ ਵੱਡੀ ਰਿਆਸਤ ਜਿਹੜੀ ਹੈ, ਜਿਹਦਾ ਉਸ ਵਕਤ ਦਾ GDP ਲੈਵਲ ਕਹਿੰਦੇ ਨੇ ਅਰਾਊਂਡ 30%, 26% ਤੋਂ ਉੱਤੇ ਸੀਗਾ ਪੂਰੀ ਦੁਨੀਆ ਦਾ, ਮੁਗਲੀ ਐਮਪਾਇਰ, ਉਹਨੂੰ ਹਿਲਾ ਕੇ ਰੱਖ ਦੇਣਾ ਤੇ ਫਿਰ ਮਨੁੱਖੀ ਹਕੂਕ ਤੇ ਜਾ ਕੇ ਬਾਤ ਕੱਢਣੀ, ਅਸੂਲਾਂ ਤੇ ਜਾ ਕੇ ਖੜੇ ਹੋਣਾ। ਹਾਂ, ਇਹ ਸਾਰੀ ਬਾਤ ਹੋਈ, ਪਰ ਇਹ ਹੈ, ਤੁਸੀਂ ਅਸੂਲ ਦੀ ਗੱਲ ਕਰੋਗੇ, ਸਥਾਪਤੀ ਦੇ ਖਿਲਾਫ ਖੜੇ ਹੋਵੋਗੇ, ਸਟੈਬਲਿਸ਼ਮੈਂਟ ਨੂੰ ਜਿਹੜਾ ਕਿਸੇ ਲੈਵਲ ਤੇ ਚੈਲੰਜ ਕਰੋਗੇ, ਸਟੈਬਲਿਸ਼ਮੈਂਟ ਕਹੇਗੀ ਠੀਕ ਹੈ, ਤੈਨੂੰ ਅਸੀਂ ਰਾਜ ਚੋਂ ਲਾਮੇ ਕਰ ਦਿਆਂਗੇ। ਉਹਦੇ ਲਈ ਫਿਰ ਬੜਾ ਯਤਨ ਕੀਤਾ ਗਿਆ। ਅਖੀਰ ਇੱਕ ਲੈਵਲ ਇੱਥੋਂ ਵੀ ਲਿਆਂਦਾ ਗਿਆ, ਬਿਲਕੁਲ ਤਖਤੇ ਦੇ ਉੱਤੋਂ ਅਸੀਂ ਦੇਖਦੇ ਹਾਂ, ਆਨੰਦਪੁਰ ਸਾਹਿਬ ਢਾਹ ਦਿੱਤਾ ਗਿਆ, ਗੁਰੂ ਸਾਹਿਬ ਦੇ ਆਪਣੇ ਪੁੱਤਰ ਸ਼ਹੀਦ ਹੋ ਗਏ, ਛੋਟੇ ਪੁੱਤਰ ਪਕੜੇ ਤੇ ਉਹਨਾਂ ਨੂੰ ਦੀਵਾਰਾਂ ਵਿੱਚ ਜਿਹੜਾ ਹੈ ਚਿਣ ਕੇ, ਮਤਲਬ ਦਹਿਸ਼ਤ, ਇੱਕ ਤਰ੍ਹਾਂ ਦੇ ਨਾਲ ਟੈਰੀਫਾਈ ਕਰ ਦੇਣਾ ਲੋਕਾਂ ਨੂੰ, ਵੀ ਪੂਰਨ ਰੂਪ ਤੇ ਡਰਾ ਦੇਣਾ, ਵੀ ਕੋਈ ਗੁਰੂ ਸਾਹਿਬ ਦਾ ਨਾਂ ਵੀ ਲੈਣਾ ਪਸੰਦ ਨਾ ਕਰੇ। ਪਰ ਤਲਖ ਹਕੀਕਤ ਹੈ, ਕੈਸੀ ਸੁਸਾਇਟੀ ਤੇ ਕੈਸਾ ਸਮਾਜ ਹੋਏਗਾ। ਅਸੀਂ ਥੋੜਾ ਇਹਨੂੰ ਅਰਲੀ ਮਨਾਉਂਦੇ ਹਾਂ, ਕਿਉਂਕਿ ਦਸੰਬਰ ਅਜੇ ਗਿਆ ਹੈਗਾ ਤੇ 14 ਤਾਰੀਖ ਹੈ ਜਨਵਰੀ ਦੀ, ਮਾਤਰ 2 ਹਫ਼ਤਿਆਂ ਬਾਅਦ। ਪਰ ਇਤਿਹਾਸਕ ਰੂਪ ਦੇ ਵਿੱਚ ਕੋਈ ਗਾਲਬਨ 2-2.5 ਮਹੀਨੇ ਦਾ ਵਫਦ ਪੈਂਦਾ ਵਿੱਚ ਉਹਦੇ, ਕਿਉਂਕਿ ਜਦੋਂ ਗਰਮੀ ਵੱਧਦੀ ਹੈ ਉਦੋਂ ਇਹ ਜੰਗ ਹੋਈ ਸੀ। ਇੰਨੇ ਕੁ ਦੌਰ ਦੇ ਵਿੱਚ ਗੁਰੂ ਸਾਹਿਬ ਨੂੰ ਇਸ਼ਕ ਕਰਨ ਵਾਲੇ ਲੋਕ, ਮਤਲਬ ਉਸੇ ਸਮੇਂ ਤੋਂ ਤੁਸੀਂ ਦੇਖੋ ਕਿ ਲਖਮੀਰ ਸ਼ਮੀਰ ਨੂੰ ਲੈ ਲਓ ਤੁਸੀਂ, ਜਿਹੜੇ ਹਾਲਾਂਕਿ ਮੋਮਨ ਨੇ, ਮੁਸਲਮਾਨ ਨੇ, ਹਕੂਮਤ ਦੇ ਖਿਲਾਫ ਖੜੇ ਹੁੰਦੇ ਨੇ, ਗੁਰੂ ਸਾਹਿਬ ਨਾਲ ਸਨੇਹ ਕਰਦੇ ਨੇ। ਤੁਸੀਂ ਰਾਏ ਕੱਲਾ ਨੂੰ ਲੈ ਲਓ, ਤੁਸੀਂ ਨੂਰੇ ਮਾਹੀ ਦੇ ਕਰੈਕਟਰ ਦੀ ਬਾਤ ਕਰੋ, ਤੁਸੀਂ ਇੱਕ ਤੋਂ ਬਾਅਦ ਇੱਕ ਰੰਗ ਦੇਖੋ ਕਿਸ ਤਰੀਕੇ ਨਾਲ ਚੜ੍ਹਦਾ। ਸਮਾਜ ਪੂਰਨ ਰੂਪ ਦੇ ਵਿੱਚ ਇੱਕ ਨਵੀਂ ਜਿਹੜੇ ਨੇ ਉਹ ਜਿਹਨੂੰ ਕਹਿ ਰਹੇ ਕਿ ਕਰਵਟ ਲੈ ਰਿਹਾ ਹੈਗਾ।
ਸੋ ਇਸ ਬਦਲਦੀ ਕਰਵਟ ਦੇ ਰੰਗ ਨੂੰ ਫਿਰ ਸਮਾਜ ਦੇ ਵਿੱਚ ਆਭਾ ਮੰਡਤ ਅਸੀਂ ਹੁੰਦਾ ਵੇਖਦੇ ਹਾਂ। ਪਰ ਹਾਂ ਇਹ ਵੀ ਹੈ ਕਿ ਜਦੋਂ ਗੁਰੂ ਸਾਹਿਬ ਇਸ ਕਾਂਗੜ ਦੇਸ਼ ਦੇ ਇਲਾਕੇ ਵਿੱਚ ਸੀਗੇ ਤੇ ਰਮਾਣਾ ਵਿਖੇ ਕਹਿੰਦੇ ਨੇ ਗੁਰੂ ਸਾਹਿਬ ਦੇ ਨਾਲ ਆ ਕੇ ਮਾਝੇ ਤੋਂ ਕੁਝ ਲੋਕ ਪੰਚਾਇਤ ਲੈ ਕੇ ਆਏ ਸੀ। ਉਹਨਾਂ ਨੇ ਮੁਲਾਕਾਤ ਕੀਤੀ ਆ ਕੇ, ਜਿਹੜੇ ਚੌਧਰੀਆਂ ਦੇ ਚੁੱਕੇ ਹੋਏ, ਕਿਉਂਕਿ ਇਸਟੈਬਲਿਸ਼ਮੈਂਟ ਦੇ ਵਿੱਚ ਜਿਹੜੇ ਲੋਕ ਹਮੇਸ਼ਾ ਚੇਤੇ ਰੱਖਿਆ ਜੇ, ਜਿਹੜੀ ਇੱਕ ਐਲੀਟ ਦੇ ਨਾਲ ਸਾਂਝ ਰੱਖਣ ਵਾਲਾ ਗਰੁੱਪ ਹੈ ਨਾ, ਉਹ ਕਿਸੇ ਕਿਸਮ ਦੇ ਵੀ ਬਦਲਾਅ ਤੋਂ ਡਰਦਾ ਹੈ, ਕਿਉਂਕਿ ਉਹਨੂੰ ਲੱਗਦਾ ਜੇ ਕੁਝ ਬਦਲਾਅ ਹੋਇਆ ਤੇ ਪਤਾ ਨਹੀਂ ਕੀ ਹੋਏਗਾ, ਸਾਡਾ ਸਭ ਕੁਝ ਗਵਾਚ ਹੀ ਨਾ ਜਾਏ। ਸੋ ਐਲੀਟ ਤੇ ਐਲੀਟ ਨਾਲ ਸਾਂਝ ਰੱਖਣ ਵਾਲਾ ਤਬਕਾ ਜਿਹੜਾ, ਉਹ ਕਹਿੰਦਾ ਸਟੇਟਸ ਗੋ ਰਹੇ, ਉਹਨੂੰ ਮਾੜਾ ਜਿਹਾ ਵੀ ਡਰ, ਮਾੜਾ ਜਿਹਾ ਵੀ ਬਦਲਾਅ ਡਰਾਉਂਦਾ ਹੈ। ਇਸ ਕਰਕੇ ਉਹ ਸਟੇਟਸ ਕੋ ਸਟੈਬਲਿਸ਼ ਕਰਨ ਵਾਸਤੇ ਪੂਰਾ ਯਤਨ ਕਰਦਾ, ਪੂਰਾ ਮਰਹਲਾ ਕਰਦਾ। ਹਾਲਾਂਕਿ ਬਾਣੀ ਇਹ ਵਾਰ-ਵਾਰ ਸਾਨੂੰ ਦਰਸਾ ਰਹੀ ਹੈ, ਜਾਂ ਕਾਸਮਿਕ ਲਾ ਵਿੱਚ ਆ ਜਾਈਏ, ਹੁਕਮ ਜਿਹਨੂੰ ਅਸੀਂ ਕਹਿੰਦੇ ਬਾਣੀ ਵੀ ਉਹਦੀ ਗੱਲ ਕਰਦੀ ਹੈ, ਇਹਦੇ 'ਚ ਕੁਝ ਵੀ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਬਦਲਾਅ ਹੋਣਾ ਕੁਦਰਤ ਦਾ ਨਿਯਮ ਹੈ। ਆਪ ਰੰਗ ਦੇਖੋ, ਅੱਜ ਤੁਸੀਂ ਜਿਹੜਾ ਹੈਗਾ ਅੱਜ ਤੋਂ 10 ਸਾਲ ਪਹਿਲਾਂ ਆਪਣੀਆਂ ਤਸਵੀਰਾਂ ਚੁੱਕ ਕੇ ਦੇਖੋ। ਮੈਂ ਤੇ ਸਿੰਪਲ ਲੈਵਲ ਤੇ ਬਾਤ ਕਰਦਾ, ਕੋਈ ਤੁਹਾਡੇ ਘਰ ਫੰਕਸ਼ਨ ਹੋਇਆ ਹੋਏ ਨਾ 10-15 ਸਾਲ ਪਹਿਲਾਂ, ਉਹਦੀ ਕੋਈ ਮੂਵੀ ਬਣੀ ਹੈ, ਉਹਦੀ ਕੋਈ ਐਲਬਮ ਬਣੀ ਹੈ, ਉਹ ਵੇਖਿਆ ਜੇ, ਤੁਹਾਨੂੰ ਪਤਾ ਲੱਗਾ ਕਿੰਨੀ ਤਬਦੀਲੀ ਆ ਗਈ ਹੈ। ਖਾਣ ਪਾਣ, ਰਹਿਣ ਸੌਣ, ਇਹ ਤੇ ਬਾਤ ਦੂਰ ਦੀ ਰਹੀ, ਕਿੰਨੇ ਜੀ ਤੁਰ ਗਏ ਨੇ, ਕਿੰਨੇ ਆ ਗਏ ਨੇ। ਤੁਹਾਡਾ ਚਿਹਰਾ ਮੋਹਰਾ ਕਿੰਨਾ ਬਦਲ ਗਿਆ, ਰਹਿਣ ਸਹਿਣ ਕਿੰਨਾ ਬਦਲ ਗਿਆ। ਇਹ ਬਦਲਾਅ ਇਹ ਕੁਦਰਤ ਦਾ ਨਿਯਮ ਹੈ। ਕਦੀ ਵੀ ਕੋਈ ਚੀਜ਼ ਇਸੇ ਰੂਪ ਦੇ ਜਿਹੜੀ ਹੈ ਉਹ ਸਥਾਪਿਤ ਨਹੀਂ ਰਹਿੰਦੀ। ਤੇ ਅੱਜ ਦੀ ਤਾਰੀਖ ਦੇ ਵਿੱਚ ਆਪ ਅਹਿਸਾਸ ਕਰੋ, ਰੀਸੈਂਟਲੀ ਮੈਂ 2-4 ਜੇ ਬਾਤਾਂ ਤੁਹਾਡੇ ਸਾਹਮਣੇ ਰੱਖਾਂ, ਜਿਹਨੂੰ ਅਸੀਂ ਕਹਿੰਦੇ ਹੈਗੇ ਆ ਕਿ ਇੱਕ ਵੱਡੇ ਲੈਵਲ ਤੇ ਜਿਹੜੀ ਹੈ ਡਿਸਰਪਸ਼ਨ ਹੋ ਰਹੀ ਕਿਸ ਤਰੀਕੇ ਦੇ ਨਾਲ। ਕਿਸੇ ਨੇ ਸੋਚਿਆ ਸੀਗਾ ਅੱਜ ਤੋਂ ਜੇ ਕਿਤੇ 10 ਸਾਲ ਪਹਿਲਾਂ ਗੱਲ ਕੀਤੀ ਹੈ, ਜ਼ਿਆਦਾ ਲੰਮੇਰੀ 10 ਸਾਲ ਪਹਿਲਾਂ, ਨਿਊਯਾਰਕ ਤੇ ਸਿਟੀਜ਼ ਦੇ ਵਿੱਚ ਜਾ ਕੇ ਜਿਹੜੀਆਂ ਟੈਕਸੀਜ਼ ਹੁੰਦੀਆਂ ਨੇ, ਜਿਹਨਾਂ ਨੂੰ ਉੱਥੇ ਮੋਡਾਲੀਅਨ ਕਹਿੰਦੇ ਨੇ, ਪਲੇਟ ਹੁੰਦੀ ਟੈਕਸੀ ਦਾ, ਲਾਇਸੈਂਸ ਹੁੰਦਾ ਇੱਕ, ਉਹਦੀ ਗੱਲ ਕੀਤੀ ਜਾਏ ਤਾਂ ਜਿਹਨਾਂ ਕੋਲ ਮੋਡਾਲੀਅਨ ਸੀਗੇ, ਉਹ ਲੋਕ ਐਕਚੁਅਲ ਲੈਵਲ ਤੇ ਵਨ ਆਫ ਦਾ ਰਿਚ ਪਰਸਨ ਸੀ ਸੁਸਾਇਟੀ ਦੇ। ਇੱਕ ਛੋਟੀ ਜੀ ਜਿਹੜੀ ਹੈ ਐਪ ਆਈ ਫੋਨ ਦੇ ਉੱਤੇ, ਕੀ ਹੋਇਆ, ਊਬਰ, ਮਤਲਬ ਬਿਲਕੁਲ ਜਿਹੜੇ ਇੱਥੇ ਬੈਠੇ ਸੀਗੇ ਧਰਤੀ ਤੇ ਲਿਆ ਕੇ ਸੱਟ ਦਿੱਤੇ। ਇਹ ਕੁਦਰਤ ਹੈ, ਇਹਨੂੰ ਕੋਈ ਨਹੀਂ ਰੋਕ ਸਕਦਾ। ਇਹ ਭਾਵੇਂ ਮਨੁੱਖਾਂ ਦੇ ਜ਼ਰੀਏ ਵਰਤ ਰਹੀ ਹੈ ਤੇ ਭਾਵੇਂ ਮਦਰ ਨੇਚਰ ਦਾ ਕੋਈ ਰੰਗ ਉਸ ਰੂਪ ਵਿੱਚ ਪਰਤ ਰਿਹਾ ਹੈਗਾ। ਐਗਜ਼ੈਕਟਲੀ ਹਕੀਕਤ ਹੈ। ਸੋ ਇਹ ਕਰਤਾਰੀ ਨਿਜ਼ਾਮ ਹੈ। ਪਰ ਜਿਹੜੇ ਲੋਕ ਸਟੇਟਸ ਕੋ ਚਾਹੁੰਦੇ ਨੇ, ਉਹ ਸਟੇਟਸ ਕੋ ਥੋੜਾ ਰਹੇਗਾ। ਕਿੰਨਾ ਲੋਕ, ਕਿੰਨੇ ਡਿਸਟਰਬ ਹੋਏ ਲੋਕ, ਮੁਜ਼ਾਹਰੇ, ਕਾਰੀਆਂ, ਸਾਰਾ ਕੁਝ। ਭਾਈ ਤੁਸੀਂ ਕਿਵੇਂ ਤਬਦੀਲੀ ਰੋਕੋਗੇ, ਕਿਵੇਂ ਬਦਲਾਅ ਰੋਕੋਗੇ? ਜਿਹੜੇ ਇਹ ਪਾਵਰ ਦੇ ਰਜੀਮ ਨੇ ਸ਼ਿਫਟ ਹੁੰਦੇ ਨੇ, ਇਹ ਚੀਜ਼ਾਂ ਚੱਲਦੀਆਂ ਨੇ ਇਸ ਰੂਪ ਦੇ ਵਿੱਚ। ਤੇ ਮਹਾਰਾਜ ਨੇ ਕਿਹਾ ਵਕਤ ਅਤੇ ਸਮੇਂ ਦੇ ਮੁਤਾਬਕ। ਇੱਕ ਰੰਗ ਹੋਰ ਦੇਖਿਓ ਜੇ, ਜਿਹੜੀ ਨੇਚਰ ਆਫ ਜੌਬ ਆ, ਇਹ ਕਦੀ ਵੀ ਸਟੇਬਲ ਨਹੀਂ ਰਹਿੰਦੀ। ਲੋਕੀ ਇੱਥੋਂ ਹੀ ਮਾਰ ਖਾਂਦੇ ਨੇ। ਇਹਨੂੰ ਬਾਣੀ ਨੇ ਵਾਰ-ਵਾਰ ਅਹਿਸਾਸਿਆ ਵੀ। ਬਾਣੀ ਨੇ ਕਿਹਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਰਤਾਰ ਦਾ ਬਣਾਇਆ ਹੋਇਆ ਨਿਜ਼ਾਮ ਐਸਾ ਹੈ, ਹਾਲਾਤ ਬਦਲਦੇ ਨੇ, ਕਿਰਤਾਂ ਬਦਲਦੀਆਂ ਨੇ, ਤੇ ਫਿਰ ਕਿਰਤਾਂ ਨੂੰ ਵੰਡਣ ਵਾਲੇ ਐਲੀਟ ਵੀ ਬਦਲਦੇ ਨੇ, ਲੋਕ ਵੀ ਬਦਲਦੇ ਨੇ। ਮਗਰ ਉਹ ਵਕਤ ਦੇ ਚੌਧਰੀ ਕਹਿੰਦੇ ਨਹੀਂ ਨਹੀਂ ਨਹੀਂ, ਇਹ ਵਧੀਆ ਜੋ ਬਰੂਡਲ ਸਿਸਟਮ ਚੱਲ ਰਿਹਾ, ਮੁਗਲਾਂ ਦੇ ਨਾਲ ਸਾਂਝ ਪੜਤਾਲ ਨਾਲ ਕੁਝ ਨਾ ਕੁਝ ਕਰ ਕਰਾ ਕੇ ਗੁਰੂ ਸਾਹਿਬ ਨੂੰ ਮਨਾਈਏ ਉਸ ਰੂਪ ਦੇ। ਜੋ ਗੁਰੂ ਸਾਹਿਬ ਕੋਲ ਪੰਚਾਇਤ ਲੈ ਕੇ ਆ ਗਏ ਵੀ ਗੁਰੂ ਸਾਹਿਬ ਛੱਡੋ ਪਰਾਂ, ਜੋ ਹੋ ਗਿਆ ਸੋ ਹੋ ਗਿਆ, ਹੁਣ ਆਪਾਂ ਨਾ ਫਿਰ ਬਾਬਾ ਨਾਨਕ ਜੀ ਵਾਲਾ ਰਾਹ ਵਾਪਸ ਅਖਤਿਆਰ ਕਰਦੇ ਆ। ਮਤਲਬ ਗੁਰੂ ਸਾਹਿਬ ਤੁਹਾਨੂੰ ਲੋਕੀ ਮਰੇਲਾ ਪੀਰ ਕਹਿੰਦੇ ਨੇ। ਮਰੇਲਾ ਪੀਰ ਜਿਹੜਾ ਪੀਰ ਮਾਰਦਾ, ਸ਼ਮਸ਼ੀਰ ਚੁੱਕੀ ਜਿਹਨੇ। ਗੁਰੂ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਉਹ ਕਿਹਦੀ ਚੁੱਕ ਚ ਆ ਕੇ ਆਏ ਹੋ? ਤੁਹਾਨੂੰ ਪਤਾ ਵੀ ਇਹ ਗੱਲ ਕੀ ਕਰ ਰਹੇ ਹੋ? ਜਦੋਂ ਬੰਦੇ ਦੀ ਬੌਧਿਕ ਖਮਤਾ ਜਿਹੜੀ ਹੈ ਖੀਣ ਹੋ ਜਾਏ ਨਾ, ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਮੈਂ ਕੀ ਬਾਤ ਕਰ ਰਿਹਾ। ਬਾਣੀ ਨੇ ਇਸ ਤਰ੍ਹਾਂ ਵੀ ਕਿਹਾ, ਬਾਣੀ ਜ਼ਿਕਰ ਕਰਦੀ ਹੈ, ਅਯਾਨ ਮਤ ਐਸੀ ਹੁੰਦੀ ਹੈ ਵੀ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਜੇ ਕੋਈ ਕਦੀ ਚੰਗੀ ਗੱਲ ਵੀ ਕਰਦੇ ਤਾਂ ਉਸ ਤੋਂ ਬਾਅਦ ਅਗਲੀ ਨੂੰ ਕਰਦਿਆਂ ਹੋਇਆ ਦੱਸ ਦਿੰਦਾ ਵੀ ਇਹ ਨਿਆਣਾ ਹੈਗਾ। ਹਾਂ, ਤੁਸੀਂ ਗੁਰੂ ਦੇ ਨਾਲ ਸਨੇਹ ਰੱਖਦੇ ਹੋ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਅੰਦਰ ਉਹ ਸਮਝ ਦਾ ਲੈਵਲ ਆ ਚੁੱਕਾ ਹੈਗਾ। ਮਹਾਰਾਜ ਨੇ ਫਿਰ ਬਹੁਤ ਲੰਮੀ ਚੌੜੀ ਉੱਥੇ ਡਿਟੇਲ ਜਿਹੜੀ ਹੈ ਡਿਸਕਸ਼ਨ ਹੋਈ, ਉਹਦੀ ਸਾਨੂੰ ਜ਼ਿਕਰ ਪੰਥ ਪ੍ਰਕਾਸ਼ ਵਿੱਚ ਮਿਲਦਾ ਹੈ, ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਹੈ ਸ਼ਹੀਦ ਰਤਨ ਸਿੰਘ ਭੰਗੂ ਜੀ ਦਾ ਲਿਖਿਆ ਹੋਇਆ। ਉਹਦੇ 'ਚ ਗੁਰੂ ਸਾਹਿਬ ਨੇ ਵੀ ਕਿਹਾ, ਓਏ ਜਦੋਂ ਗੁਰੂ ਕੋਲ ਆਈਦਾ, ਗੁਰੂ ਨੂੰ ਸਿਖਾਈਦਾ ਨਹੀਂ, ਗੁਰੂ ਤੋਂ ਸਿੱਖੀਦਾ। ਗੁਰੂ ਨੂੰ ਮਨਾਈਦਾ ਨਹੀਂ, ਗੁਰੂ ਦੀ ਮੰਨੀ ਦੀ ਏ। ਤੁਸੀਂ ਆਪਣੀਆਂ ਕੰਡੀਸ਼ਨਸ ਲੈ ਕੇ ਆਏ ਹੋ, ਕੀ ਸਮਝ ਕੇ ਆਏ ਹੋ? ਗੁਰੂ ਸਮਝ ਕੇ ਆਏ ਹੋ। ਇੱਥੋਂ ਹੀ ਫਿਰ ਬਾਤ ਹੋਈ ਵੀ ਚਲੋ ਅਸੀਂ ਤਾਂ ਤੁਹਾਨੂੰ ਗੁਰੂ ਨਹੀਂ ਮੰਨਦੇ,
ਜਦੋਂ ਚੌਧਰੀਆਂ ਦੇ ਚੁੱਕੇ ਹੋਏ ਲੋਕ ਹੁੰਦੇ ਨੇ। ਕਈ ਵਾਰ ਹੁੰਦਾ ਆਪ ਅੰਦਾਜ਼ਾ ਲਾਓ, ਜਿੱਥੇ ਬਹੁਤ ਪਿਆਰ ਹੋਏ ਤੇ ਸਮਝ ਨਾ ਪ੍ਰੋਪਰ ਹੋਏ ਤੇ ਕਈ ਵਾਰੀ ਬੰਦਾ ਉਸੇ ਪਿਆਰ ਨੂੰ ਇੱਕ ਦੂਸਰੇ ਪਾਸੇ ਆਪੋਜ਼ਿਟ ਸਾਈਡ ਨੂੰ ਵੀ ਤੁਰ ਪੈਂਦਾ। ਲਿਖਾਵਟ ਕਰਦੇ ਨੇ, ਅਸੀਂ ਕਹਿ ਕੇ ਆਏ ਸੀਗੇ ਅਸੀਂ ਜਾਂ ਤੇ ਮਨਾ ਕੇ ਆਵਾਂਗੇ ਜਾਂ ਤ੍ਰਿਆ ਲੇਖ ਭਾਵ ਪੂਰੀ ਤਰ੍ਹਾਂ ਤੋੜ ਵਿਛੋੜ ਕਰਕੇ ਆਵਾਂਗੇ। ਤੁਸੀਂ ਸਾਡੇ ਗੁਰੂ ਨੇ ਤੇ ਅਸੀਂ ਸਾਡੇ ਸਿੱਖ ਨੇਗੇ। ਲਿਖਤ 'ਚ ਹੋ ਗਈ ਇਹ ਬਾਤ, ਇੱਥੇ ਸਾਰੀ ਬਾਤ ਇਸ ਰੂਪ ਵਿੱਚ ਇਸ ਕਿਸਮ ਦੀ ਬਾਤ ਕਹਿੰਦੇ ਨੇ ਸਾਡੇ ਤਵਾਰੀਖੀ ਰੰਗ 'ਚ ਰਮਾਣੇ ਵਿਖੇ ਸਾਰੀ ਬਾਤ ਹੋਈ। ਉਧਰੋਂ ਵਜ਼ੀਰ ਖਾਨ ਨੂੰ ਲਗਾਤਾਰ ਸੁਨੇਹੇ ਮਿਲ ਰਹੇ ਨੇ ਕਿ ਔਰੰਗਜ਼ੇਬ ਤੱਕ ਚਿੱਠੀ ਪੱਤਰੀ ਚੱਲ ਰਹੀ ਹੈ। ਆਖਰਕਾਰ ਗੁਰੂ ਦੇ ਰੁਤਬੇ ਦੀ ਬਾਤ ਹੋ ਰਹੀ ਹੈ। ਗੁਰੂ ਮਹਾਰਾਜ ਦਾ ਜਿਹੜਾ ਕੈਲੀਬਰ ਹੈ ਉਹਨੂੰ ਔਰੰਗਜ਼ੇਬ ਵੀ ਇਹਤਰਾਮ ਕਰਦਾ ਵੀ ਐਡੇ ਸ਼ਾਹੀ ਆਲਮੀ ਜਿਹੜੀ ਹਸਤੀ ਰੱਖਣ ਵਾਲੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਦੇ ਨਾਲ ਬਾਤ ਕੀਤੀ ਜਾਏ। ਇਹ ਸਭ ਕੁਝ ਕਿਵੇਂ ਵਾਪਰਿਆ? ਕਿਉਂਕਿ ਕੁਝ ਜਿਹੜੀ ਵਿੱਚ ਵਿਚਾਲੇ ਜਿਹੜੀ ਧਿਰ ਸੀਗੀ, ਉਹ ਐਲੀਟ ਸੀਗਾ, ਉਹਨੇ ਸਭ ਗੜਬੜ ਕੀਤੀ ਸੀਗੀ। ਉਹ ਫਿਰ ਆਪਣੀ ਫੌਜ ਲੈ ਕੇ ਕਾਲੇ ਪੰਨ ਦੇ ਨਾਲ ਗੁਰੂ ਸਾਹਿਬ ਤੇ ਅਟੈਕ ਕਰਨ ਲਈ ਆ ਰਿਹਾ ਸੀਗਾ। ਅਜੇ ਪੰਚਾਇਤ ਉੱਠ ਕੇ ਮਾਝੇ ਨੂੰ ਪਰਤ ਰਹੀ ਸੀ, ਉਧਰੋਂ ਦੇ ਹਮਲੇ ਦੀ ਪਤਾ ਲੱਗਾ ਤੇ ਜਿਹੜਾ ਖਾਸ ਕਰਕੇ ਕਪੂਰੇ ਦਾ ਨਵਾਬ ਸੀਗਾ ਉਹਨੂੰ ਇਹ ਜਦੋਂ ਇਹ ਖਬਰ ਮਿਲੀ, ਉਹਨੇ ਗੁਰੂ ਸਾਹਿਬ ਨੂੰ ਖਬਰ ਪਹੁੰਚਾਈ। ਗੁਰੂ ਸਾਹਿਬ ਕੋਲ ਉਸ ਵਕਤ ਬਹੁਤੇ ਰਿਸੋਰਸਿਸ ਨਹੀਂ ਸੀ ਹੈਗੇ, ਬਹੁਤ ਥੋੜੀ ਜੀ ਗੁਰੂ ਸਾਹਿਬ ਦੇ ਕੋਲ ਫੌਜ ਸੀ। ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਮੌਸਮ ਦੇ এনवायरमेंट ਨੂੰ ਦੇਖਿਆ ਮਹਾਰਾਜ ਨੇ, ਅੰਦਾਜ਼ਾ ਲਾਇਆ ਕਿ ਜੰਗ ਲੰਬਾ ਸਮਾਂ ਉਹੀ ਲੜੇਗਾ ਜਿਹਦੇ ਕੋਲ ਪਾਣੀ ਹੋਏਗਾ, ਕਿਉਂਕਿ ਪਾਣੀ ਦੀ ਕਮੀ ਹੈ ਇੱਥੇ। ਮਹਾਰਾਜ ਨੇ ਖਿਦਰਾਣੇ ਦੀ ਢਾਬ ਪਾਣੀ ਦਾ ਸੋਰਸ ਸੀਗਾ, ਉਹਦੇ ਉੱਤੇ ਉੱਚੀ ਟਿੱਬੀ ਦੇ ਉੱਤੇ ਆਪ ਕਮਾਨ ਫੜ ਕੇ ਮਹਾਰਾਜ ਨੇ ਤੀਰਾਂ ਨੂੰ ਜਿਹੜਾ ਹੈਗਾ ਸੋਧ ਲਿਆ, ਉੱਤੇ ਪੱਥਾ ਰੱਖ ਲਿਆ, ਆਲੇ ਦੁਆਲੇ ਪੂਰੀ ਦੀ ਪੂਰੀ ਚੌਂਕੀ ਬਣਾ ਲਈ। ਪਰ ਜਿੰਨੇ ਨੂੰ ਜਿਹੜੇ ਵਿਦਾਵਾ ਲਿਖ ਕੇ ਘਰ ਨੂੰ ਵਾਪਸ ਪਰਤ ਰਹੇ ਸੀਗੇ ਗੁਰੂ ਸਾਹਿਬ ਦੇ ਕੋਲੋਂ, ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਵੀ ਉਹ ਹੋ ਕਿੱਡੀ ਵੱਡੀ ਗੁਸਤਾਖੀ ਕਰ ਲਈ, ਜਦੋਂ ਚਾਰ ਚਪੇਰਿਓਂ ਆਵਾਜ਼ ਆਈ, ਉਹੀ ਗੁਰੂ ਤੋਂ ਟੁੱਟ ਕੇ ਕਿੱਥੇ ਜਾਓਗੇ। ਇੱਕ ਛੋਟਾ ਜਿਹਾ ਰੰਗ ਇਹਦੇ ਨਾਲ ਐਡ ਔਨ ਕਰ ਦੇਣਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਇੱਕ ਸਾਨੂੰ ਲਿਖਾਵਟ 'ਚ ਬਾਤ ਮਿਲਦੀ ਹੈ। ਗੁਰੂ ਸਾਹਿਬ ਸਰਸਾ ਦਰਿਆ ਦੇ ਕਿਨਾਰੇ ਸੀਗੇ ਤੇ ਕਈ ਵਾਰ ਹੁੰਦਾ ਹੈ ਕਿ ਟਹਿਲਦੇ ਮਹਾਰਾਜ ਨੇ ਪੱਥਰ ਫੜ ਲਿਆ ਹੱਥ ਦੇ ਵਿੱਚ, 2 ਵਾਰ ਸੱਟ ਕੇ ਇਸ ਤਰੀਕੇ ਨਾਲ ਚੁੱਪਿਆ। ਤੀਸਰੀ ਵਾਰ ਮਹਾਰਾਜ ਨੇ ਸੱਟਿਆ, ਪਤਾ ਨਹੀਂ ਕੀ ਜ਼ਹਿਨ ਵਿੱਚ ਆਇਆ, ਮਹਾਰਾਜ ਨੇ ਹੱਥ ਪਿੱਛੇ ਢਾ ਲਿਆ, ਪੱਥਰ ਧੜਮ ਕਰਕੇ ਪਾਣੀ 'ਚ ਡਿੱਗਾ ਤੇ ਡਿੱਗਦਿਆਂ ਨਾਲ ਡੁੱਬ ਗਿਆ। ਨਾਲ ਇੱਕ ਸ਼ਖਸ ਖੜੇ ਸੀਗੇ, ਉਹਨਾਂ ਵਿਅੰਗਮੀ ਅੰਦਾਜ਼ 'ਚ ਬਾਤ ਕੀਤੀ। ਕਹਿੰਦੇ ਨੇ ਜਿਹਨੂੰ ਗੁਰੂ ਛੂਹ ਲਵੇ ਉਹ ਤੇ ਤਰ ਜਾਂਦਾ ਹੈਗਾ। ਆ ਪੱਥਰ ਸੀਗਾ ਤੇ ਗੁਰੂ ਸਾਹਿਬ ਦੇ ਹੱਥੋਂ ਡਿੱਗਾ ਤੇ ਡੁੱਬ ਗਿਆ, ਕਿਵੇਂ ਹੋਇਆ? ਭਾਈ ਨੰਦ ਲਾਲ ਜੀ ਕਹਿੰਦੇ ਇਸੇ ਕਰਕੇ ਡੁੱਬ ਗਿਆ। ਜਿਹੜਾ ਗੁਰੂ ਦੇ ਹੱਥ 'ਚ ਉਹੀ ਤਰੇਗਾ, ਜਿਹੜਾ ਗੁਰੂ ਦੇ ਹੱਥ ਤੋਂ ਬਾਹਰ ਚਲਾ ਗਿਆ ਉਹ ਨਹੀਂ ਤਰੇਗਾ। ਜਿਹੜਾ ਗੁਰੂ ਤੋਂ ਬੇਮੁਖ ਹੋਇਆ, ਗੁਰੂ ਤੋਂ ਗਿਆ, ਉਹ ਸਮਝੋ ਜਹਾਨੋਂ ਗਿਆ। ਜਿਹੜੀ ਇਹ ਬਾਤ ਹੋਈ ਐਗਜ਼ੈਕਟਲੀ ਉਹਨਾਂ ਨੂੰ ਬਾਤ ਸਮਝਾਏਗੀ, ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਏ ਹੋ, ਤੁਹਾਨੂੰ ਕੋਈ ਓਟ ਨਹੀਂ ਮਿਲਣੀ। ਫਿਰ ਇਹ ਵਾਪਸ ਪਰਤੇ। ਮਾਈ ਭਾਗੋ ਮਾਤਾ ਭਾਗ ਕੌਰ ਆਪ ਲੈ ਕੇ ਗਈ। ਇਹਨਾਂ ਦੇ ਵਿੱਚ 40 ਮੁੱਖ ਨਾਮ ਅਸੀਂ ਲੈਂਦੇ ਹਾਂ, ਜਿਨ੍ਹਾਂ ਦੇ ਵਿੱਚ ਭਾਈ ਮਾਨ ਸਿੰਘ, ਭਾਈ ਰਾਮ ਸਿੰਘ, ਇਹਨਾਂ ਦੇ ਨਾਮ ਹੁੰਦੇ ਨੇ। ਇਸ ਤੋਂ ਬਿਨਾਂ ਇਹ 40 ਮੁੱਖ ਰੂਪ ਵਿੱਚ ਨੇ। ਵੈਸੇ ਵੱਡੀ ਨਫਰੀ ਸੀਗੀ ਇਸ ਤੋਂ ਪਹਿਲਾਂ ਕਿ ਜੰਗ ਜਿਹੜੀ ਹੈ ਆਪਣੇ ਉਸ ਰੂਪ ਵਿੱਚ ਪਰਤਦੀ, ਜੋ ਕਿ ਮੋਰਚੇ ਲੱਗ ਰਹੇ ਸੀਗੇ, ਉਧਰ ਟੰਕਾਰਾਂ ਪੈ ਰਹੀਆਂ ਸੀਗੀਆਂ। ਇਹ ਜਿਹੜੀ ਗੁਰੂ ਸਾਹਿਬ ਦੀ ਆਪਣੀ ਇਨਫੈਂਟਰੀ ਸੀ ਅਗਲੇ ਜਿਹੜੀ ਆ ਫਰੰਟ ਦੇ ਉੱਤੇ ਲੱਗੀ ਹੋਈ, ਉਸ ਤੋਂ ਵੀ ਪਹਿਲੇ ਲੈਵਲ ਤੇ ਆਪਣੇ ਮੋਰਚੇ ਲਾ ਕੇ ਉੱਥੇ ਖੜ ਗਏ। ਜਦੋਂ ਫਿਰ ਜੰਗ ਸ਼ੁਰੂ ਹੁੰਦੀ ਹੈ, ਇਹਨਾਂ ਨੇ ਇਤਨੇ ਜ਼ੋਰ ਦੀ ਉੱਥੇ ਜੰਗ ਕੀਤੀ ਕਿ ਸਾਰੇ ਦੇ ਸਾਰੇ ਉੱਥੇ ਆਪਣੀਆਂ ਸ਼ਹਾਦਤਾਂ ਪਾ ਗਏ। ਮਗਰ ਗੁਰੂ ਸਾਹਿਬ ਤੱਕ ਇਹਨਾਂ ਨੇ ਇੱਕ ਵੀ ਜਿਹੜਾ ਹੈਗਾ ਉੱਥੋਂ ਮੁਗਲੀਆ ਸਿਪਾਹੀ ਨਹੀਂ ਅੱਗੇ ਜਾਣ ਦਿੱਤਾ। ਵਜ਼ੀਰ ਖਾਨ ਦੀ ਫੌਜ ਦਾ ਤੀਜਾ ਕੁ ਹਿੱਸਾ ਜਾਂ ਕਤਲ ਹੋ ਗਿਆ ਤੇ ਜਾਂ ਫਿਰ ਉੱਥੇ ਜ਼ਖਮੀ ਹੋ ਕੇ ਡਿੱਗ ਗਿਆ। ਮਗਰ ਲੜਾਈ ਲੰਮੀ ਨਹੀਂ ਸੀ ਕਰ ਸਕਦਾ ਵਜ਼ੀਰ ਖਾਨ। ਰੀਜ਼ਨ ਇਹੋ ਹੀ ਸੀਗਾ ਕਿਉਂਕਿ ਉਹਦੇ ਕੋਲ ਪਾਣੀ ਨਹੀਂ ਸੀਗਾ। ਆਖਰਕਾਰ ਤੀਜਾ ਕੁ ਹਿੱਸਾ ਫੌਜ ਜਾਂ ਜ਼ਖਮੀ ਹੋ ਗਈ ਜਾਂ ਮਰ ਗਈ ਉਹਦੀ। ਜਦੋਂ ਉਹਨੇ ਦੇਖਿਆ ਵੀ ਫੌਜ ਹੋਰ ਨਹੀਂ ਲੜ ਸਕਦੀ, ਫਿਰ ਮੈਦਾਨ ਛੱਡ ਕੇ ਭੱਜਿਆ। ਗੁਰੂ ਸਾਹਿਬ ਦੀ ਇਲਾਹੀ ਜਿੱਤ ਹੋਈ। ਗੁਰੂ ਸਾਹਿਬ ਜਦੋਂ ਟਿੱਬੀ ਤੋਂ ਥੱਲੇ ਉਤਰੇ ਤੇ ਮਹਾਰਾਜ ਨੇ ਦੇਖਿਆ ਵੀ ਸਾਡੀ ਜਿਹੜੀ ਇਨਫੈਂਟਰੀ ਸੀ ਉਸ ਤੋਂ ਪਹਿਲਾਂ ਵੀ ਸ਼ਹਾਦਤਾਂ ਪਾਉਣ ਵਾਲੇ ਲੋਕ ਬੈਠੇ ਨੇ। ਫਿਰ ਸਾਹਿਬ ਨੇ ਇੱਥੇ ਇੱਕ ਇਤਿਹਾਸਕ ਰੰਗ 'ਚ ਬਾਤ ਕੀਤੀ। ਮਹਾਰਾਜ ਜਿਹੜੇ ਆਪਣੇ ਮੋਰਚੇ ਲਾਏ ਸੀਗੇ, ਜਿੰਨੇ ਕਦਮ ਅੱਗੇ ਤੁਰ ਕੇ ਵਧੇ, ਦੇਖਿਆ ਮੇਰੇ ਮੋਰਚੇ ਸਥਾਪਿਤ ਕੀਤੇ ਤੋਂ ਪਹਿਲਾਂ ਕਿਸੇ ਨੇ ਆ ਕੇ ਆਪਣੀ ਜਾਨ ਹਲੂਲੀ ਹੈ। ਦੇਖੋ ਬਾਣੀ ਦਾ ਬਚਨ ਹੈ, ਜਿਸ ਪਿਆਰੇ ਸਿਓ ਨੇ ਤਿਸ ਆਗੈ ਮਰ ਚੱਲੀ ਹੈ। ਜਿਹਦੇ ਨਾਲ ਪਿਆਰ ਹੋਏ ਨਾ ਤੇ ਉਹਦੇ ਵਾਸਤੇ ਉਹਦੀ ਪਿੱਠ ਪਿੱਛੇ ਨਹੀਂ ਲੁਕੀਦਾ, ਆ ਕੇ ਉਹਦੇ ਸਾਹਮਣੇ ਹੋ ਕੇ ਆਪਣੇ ਸੀਨੇ ਤੇ ਜਿਹੜਾ ਹੈਗਾ ਸਭ ਪੀੜਾ ਤੇ ਦੁੱਖ ਸਹੀਦੇ ਨੇ। ਜਿਹਨਾਂ ਨੂੰ ਪ੍ਰੀਤ ਸੀ ਗੁਰੂ ਦੀ, ਉਹ ਗੁਰੂ ਦੇ ਅਗਲਵਾੜੀ ਹੋ ਕੇ ਇਸ ਰੂਪ ਵਿੱਚ ਗੁਰੂ ਦੇ ਜਿਹੜਾ ਹੈਗਾ ਉਸ ਸਮੇਂ 'ਚ
ਭਗਤ ਨਾਮਦੇਵ ਦਾ ਬਚਨ ਪੜ੍ਹਦੇ ਹਾਂ, ਸਾਹਿਬ ਸੰਕਟ ਵੈ ਸੇਵਕ ਭਜੈ, ਚਿਰੰਕਾਲ ਨਹੀਂ ਜੀਵੈ ਦੋ ਕੁਲ ਲਜੈ। ਸਾਹਿਬ ਤੇ ਸੰਕਟ ਹੋਏ ਤੇ ਉਹਦਾ ਸੇਵਕ ਦੌੜ ਜਾਏ। ਮਹਾਰਾਜ ਕਹਿੰਦੇ ਚਿਰੰਕਾਲ ਤੇ ਨਹੀਂ ਜੀਣਾ, ਆਖਰਕਾਰ ਤੇ ਮੌਤ ਆ ਹੀ ਜਾਣੀ ਹੈ, ਪਰ ਦੋ ਕੁੱਲਾਂ ਦੀ ਲੱਜ ਲੈ ਲੈਂਦਾ। ਸਾਹਿਬ ਤੇ ਸੰਕਟ ਆਵੇ ਤੇ ਸੇਵਕ ਉਹ ਹੈ ਜਿਹੜਾ ਆਪਣੇ ਸਾਹਿਬ ਤੋਂ ਪਹਿਲਾਂ ਹੋ ਕੇ ਅਗਲਵਾੜੀ ਹੋ ਕੇ ਆਪਣੀ ਜਾਨ ਹਲੂਲੇ। ਇਸ ਰੂਪ ਦੇ ਵਿੱਚ ਉਹਨਾਂ ਨੇ ਮਰਜੀਵੜਿਆਂ ਨੇ ਆਪਣੀਆਂ ਜਾਨਾਂ ਜਿਹੜੀਆਂ ਨੇ ਵਾਰੀਆਂ। ਫਿਰ ਇਹ ਵੀ ਤਵਾਰੀਖ ਕਹਿੰਦੀ ਏ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਇਨਫੈਂਟਰੀ ਦੇ ਜਿਹੜੇ ਮੋਰਚੇ ਲਾਏ ਸੀਗੇ, ਉਹ ਤੋਂ ਫਿਰ ਕਦਮ ਅੱਗੇ ਵੱਧਦੇ ਨੇ। ਜਿੰਨੇ ਕਦਮ ਅੱਗੇ ਵੱਧਦੇ ਨੇ ਤੇ ਉਹਨਾਂ ਕਦਮਾਂ ਤੇ ਡਿੱਗਿਆਂ ਹੋਇਆਂ ਨੂੰ ਦੇਖਦੇ ਨੇ ਜਿਹੜੇ ਜ਼ਖਮਾਂ ਦੀ ਤਾਬਾਂ ਦੇ ਨਾਲ ਉੱਥੇ ਆਪਣੀਆਂ ਜਾਨਾਂ ਵਾਰ ਰਹੇ ਸੀਗੇ ਜਾਂ ਵਾਰ ਗਏ ਸੀਗੇ। ਮਹਾਰਾਜ ਉਹਨਾਂ ਦਾ ਹਾਲ ਪੁੱਛਦੇ ਨੇ, ਜ਼ਖਮੀਆਂ ਵਾਸਤੇ ਇਲਾਜ ਦੀ ਵਾਸਤੇ ਜਿਹੜਾ ਹੈਗਾ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਸਤੇ ਆਵਾਜ਼ ਦਿੰਦੇ ਨੇ ਉਸ ਦੂਜੇ ਸਿੱਖਾਂ ਨੂੰ ਵੀ ਭਾਈ ਇਹਨਾਂ ਨੂੰ ਫੜੋ। ਜਿਹੜੇ ਸ਼ਹੀਦ ਹੋ ਗਏ ਨੇ ਮਹਾਰਾਜ ਉਹਨਾਂ ਨੂੰ ਆਪ ਆਪਣੇ ਹੱਥੀਂ ਸੰਭਾਲਦੇ ਨੇ ਤੇ ਨਾਲ ਨਾਲ ਕਦਮਾਂ ਨੂੰ ਗਿਣਦੇ ਨੇ। ਜੇ ਕੋਈ 10 ਕਦਮ ਅੱਗੇ ਵੱਧ ਕੇ ਮੋਰਚੇ ਤੋਂ ਜਿਹੜਾ ਹੈਗਾ ਲੜਿਆ ਹੈਗਾ, ਮਹਾਰਾਜ ਕਹਿੰਦੇ ਮੇਰਾ 10,000 ਹੀ ਹੈ। ਜੇ ਕੋਈ 20 ਕਦਮ ਅੱਗੇ ਵੱਧ ਕੇ ਲੜਿਆ ਹੈ, ਮਹਾਰਾਜ ਨੇ ਕਿਹਾ ਮੇਰਾ 20,000 ਹੀ ਹੈ। ਜੇ ਕੋਈ 30 ਕਦਮ ਵਧਿਆ, ਕਿਹਾ 30,000 ਹੀ ਹੈ। ਇੱਕ ਕੰਪਲੀਟ ਸੋਸ਼ਲ ਟਰਾਂਸਫਰਮੇਸ਼ਨ ਹੋ ਚੁੱਕੀ ਹੈ। ਜਿਹੜੀ ਧਰਤੀ ਬੁਜ਼ਦਲੀ ਦੇ ਨਾਂ ਨਾਲ ਜਾਣੀ ਜਾਂਦੀ ਸੀਗੀ, ਉਸ ਧਰਤੀ ਨੇ ਕੀ ਚਮਕੌਰ ਦੇ ਰੰਗ ਲੈ ਲਓ ਤੇ ਕੀ ਅੱਜ ਖਦਰਾਣੇ ਦੀ ਢਾਬ ਦੇ ਰੰਗ ਲੈ ਲਓ। ਮਹਾਰਾਜ ਕਹਿੰਦੇ ਇਹ ਹੁਣ ਪੋਰਿਆਂ ਪੋਰਿਆਂ ਹੋ ਜਾਣਗੇ, ਪਰ ਇਸ ਧਰਤੀ ਦਾ ਮੁਸਤਕਬਲ ਬਦਲ ਦੇਣਗੇ। ਤੇ ਵਾਕਿਆ 'ਚ ਹੀ ਬਦਲਿਆ। ਆਪ ਅਹਿਸਾਸ ਕਰੋ। ਉਸ ਤੋਂ ਬਾਅਦ ਹਰ ਰੰਗ ਹੀ ਤੁਸੀਂ ਦੇਖੋ, ਅਜੇ ਤੱਕ ਤੁਸੀਂ ਦੇਖੋ, ਸਾਰਾ ਗੜੀ ਦੀਆਂ ਗੱਲਾਂ ਅਸੀਂ ਕਰਦੇ ਹਾਂ, ਤੁਸੀਂ ਇੱਕ ਤੋਂ ਬਾਅਦ ਇੱਕ ਰੰਗ ਦੇਖੋ ਨਾ। ਐਕਚੁਅਲ ਲੈਵਲ ਤੇ ਇਹ ਜਿਹੜੇ ਜਜ਼ਬਾਤ ਨੇ, ਇਹ ਜਿਹੜਾ ਉਹ ਰੰਗ ਹੈ, ਸਾਰਾ ਉੱਥੋਂ ਉਮੜ ਕੇ ਆਇਆ ਹੈਗਾ। ਵੀ ਭਾਈ ਅਸੀਂ ਵਾਕ ਪੜ੍ਹਦੇ ਹਾਂ, ਜਬ ਆਵ ਕੀ ਯੋਧ ਨਿਧਾਨ ਬਨੈ ਅਤ ਹੀਰਨ ਮੈਂ ਤਬ ਜੂਝ ਮਰੋ। ਜਿਹੜੀ ਜੂਝਣ ਵਾਲੀ ਬਾਤ ਹੈ, ਵੀ ਸਿੱਝਣ ਵਾਲੀ ਬਾਤ, ਪਿੱਛੇ ਮੁੜ ਕੇ ਨਹੀਂ ਦੇਖਣਾ। ਇਹ ਰੰਗ ਜਿਹੜਾ ਹੈਗਾ ਇਹ ਇੱਥੋਂ ਹੀ ਸਾਰਾ ਦਾ ਸਾਰਾ ਨਿਕਲ ਕੇ ਆਉਂਦਾ ਹੈਗਾ। ਸੋ ਫਿਰ ਮੌਲਿਕ ਰੂਪ ਵਿੱਚ ਬਾਤ ਮੈਂ ਪਦੇ ਤੇ ਵਾਪਸ ਆਵਾਂ, ਜੋ ਪਦੇ ਦੀ ਅਸੀਂ ਵਿਆਖਿਆ ਕਰਨੀ ਸੀਗੀ ਕਿ ਸੰਗਤ ਦਾ ਅਸਰ ਹੈ। ਸੰਗਤ ਚੰਗੇਰੀ ਹੋਏ, ਮਨੁੱਖ ਹਾਂ ਗਲਤੀ ਗੁਸਤਾਖੀ ਕਰ ਸਕਦਾ ਹੈ, ਪਰ ਆਲਾ ਦੁਆਲਾ ਪ੍ਰਭਾਵ ਪਾਏ ਬੰਦਾ ਫਿਰ ਪਰਤ ਕੇ ਸਹੀ ਟਿਕਾਣੇ ਆ ਸਕਦਾ ਹੈ। ਸਾਹਿਬ ਨੇ ਕਿਹਾ ਅਸਲ ਮਾਗ ਦਾ ਤੀਰਥ ਚੰਗੇਰੀ ਸੰਗਤ ਦਾ ਸਾਥ ਹੈ, ਸਾਧੂਆਂ ਦੇ ਸੰਗ ਰਹਿਣਾ ਹੈ। ਤੇ ਸਾਧੂ ਸੰਗਤ ਸ਼ਰੀਰਾਂ ਦੀ ਇਕੱਲੀ ਨਹੀਂ ਹੁੰਦੀ। ਹੋ ਸਕਦਾ ਹੈ ਆਪ ਅਹਿਸਾਸ ਕਰੋ, ਕਈਆਂ ਦੇ ਬੱਚੇ ਬੋਰਡਿੰਗ ਸਕੂਲ ਪੜ੍ਹਦੇ ਨੇ, ਕਈ ਇੱਥੇ ਆ ਜਾਂਦੇ ਨੇ, ਫੈਮਿਲੀਜ਼ ਪਿੱਛੇ ਹੁੰਦੀਆਂ ਨੇ। ਵਿਚਾਰਾਂ ਦੀ ਸਾਂਝ ਸਭ ਤੋਂ ਵੱਡੀ ਸਾਂਝ ਹੈ। ਕਈਆਂ ਦਾ ਮਿਲਾਪ ਹੋ ਸਕਦਾ 2-4 ਘੰਟਿਆਂ ਦਾ ਹੀ ਹੋਏ ਪੂਰੇ ਦਿਨ ਦੇ ਵਿੱਚ, ਜਾਂ ਹਫ਼ਤਿਆਂ ਦੇ ਵਿੱਚ, ਜਾਂ ਮਹੀਨਿਆਂ ਦੇ ਵਿੱਚ, ਪਰ ਵਿਚਾਰਕ ਤੌਰ ਤੇ ਸਾਡੇ ਵਾਸਤੇ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਮਹਾਰਾਜ ਨੇ ਪੂਰਾ ਦਾ ਪੂਰਾ ਆ ਦਰਿਆ ਵਗਾਇਆ। ਸਾਡੇ ਸਾਧੂ ਕੌਣ ਨੇ? ਅਸੀਂ ਸਾਧੂ ਕਿਸੇ ਲਿਬਾਸ ਨੂੰ ਨਹੀਂ ਕਹਿੰਦੇ, ਨਾ ਅਸੀਂ ਸਾਧੂ ਉਵੇਂ ਲੱਭਦੇ ਹਾਂ। ਸਾਡਾ ਸਾਧੂ ਤੇ ਭਗਤ ਕਬੀਰ ਹੈ ਜੀ, ਸਾਡਾ ਸਾਧੂ ਭਗਤ ਨਾਮਦੇਵ ਹੈ, ਸਾਡਾ ਸਾਧੂ ਭਗਤ ਰਵਿਦਾਸ ਹੈ, ਸਾਡਾ ਸਾਧੂ ਭਗਤ ਸਦਨਾ ਹੈ, ਸਾਡਾ ਸਾਧੂ ਭਗਤ ਸੈਨ ਹੈ, ਸਾਡੇ ਸਾਧੂ ਭਗਤ ਤ੍ਰਿਲੋਚਨ ਜੀ ਨੇ। ਇਹ ਨੇ ਸਾਡੇ ਸਾਧੂ। ਇਹਨਾਂ ਦੀ ਧੂੜੀ ਦਾ ਇਸ਼ਨਾਨ ਭਾਵ ਜੋ ਇਹਨਾਂ ਰਾਹ ਦਰਸਾਇਆ, ਉਹਨਾਂ ਰਾਹਾਂ ਦੇ ਮਗਰ ਤੁਰੀਏ, ਉਹ ਪਗਡੰਡੀ ਨੂੰ ਫੜੀਏ। ਸੋ ਸਾਹਿਬ ਨੇ ਕਿਹਾ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਹਰੀ ਦਾ ਨਾਮ ਧਿਆ ਸੁਣ, ਤੇ ਕੱਲਾ ਆਪ ਧਿਆ ਸੁਣ ਨਾ, ਬਲਕਿ ਹੋਰਾਂ ਨੂੰ ਵੀ ਆਵਾਜ਼ ਦੇ, ਉਹ ਵੀ ਇਸ ਰਾਹ ਤੇ ਤੁਰਨ। ਬੰਦੇ ਕੋਲ ਆਪ ਕੁਝ ਪੱਲੇ ਵਿੱਚ ਹੋਏ ਕਿਸੇ ਨੂੰ ਵੀ ਦੇ ਸਕੇਗਾ, ਜਿਹਦੇ ਆਪਣੇ ਹੀ ਜ਼ਹਿਨ ਵਿੱਚ, ਆਪਣੇ ਪੱਲੇ ਵਿੱਚ ਕੁਝ ਨਹੀਂ, ਕਿਸੇ ਨੂੰ ਕੀ ਵੰਡੇਗਾ। ਘਰਾਂ ਥਾਵਾਂ ਤੇ ਹੁੰਦੀ ਕਨਵਰਸੇਸ਼ਨ ਦਾ ਹਾਲ ਦੇਖੋ। ਮੈਂ ਤੇ ਪ੍ਰੀ ਮੈਰਿਜ ਕਾਉਂਸਲਿੰਗ ਕਰਦਾ ਅਕਸਰ ਯੰਗਸਟਰਸ ਦੀ, ਤੇ ਉਹਨਾਂ ਨੂੰ ਜੇ ਤੋਂ ਦੂਜੇ ਤੋਂ ਤੀਜਾ ਸਵਾਲ ਪੁੱਛ ਲੈਣਾ, ਵਾਈ ਡੂ ਯੂ ਵਾਂਟ ਟੂ ਗੈਟ ਮੈਰਿਡ, ਤੇ ਮੋਸਟਲੀ ਆਨਸਰ ਕਰਦੇ ਨੇ ਵੀ ਡੋਂਟ ਨੋ। Are you guys actually getting married in reality? But you even don't know why are you getting married? Just we like each other? Is not answer. Proper answer. ਕੀ ਲਾਈਕ ਕਰਦੇ ਹੋ? ਫਿਜ਼ੀਕਲ ਇੰਟਰੈਕਸ਼ਨ ਇੱਕ ਦੂਜੇ ਦੀ ਨਾ ਰਹੀ ਕੱਲ ਨੂੰ ਫਿਰ ਕੀ ਕਰੋਗੇ? ਕੁਦਰਤੀ ਤੌਰ ਤੇ ਖੇਡ ਆ ਨਾ। ਕਿਸੇ ਬਹੁਤ ਸਿੰਸੀਅਰ ਤੇ ਸਪਿਰਿਚੁਅਲ ਟਰੈਕ ਤੇ ਆਪਣੀ ਸੋਚ ਪਾਓ, ਕਿਉਂਕਿ ਇਹ ਰਿਸ਼ਤਾ ਸ਼ਰੀਰਾਂ ਦਾ ਰਿਸ਼ਤਾ ਨਹੀਂ ਇਕੱਲਾ ਹੁੰਦਾ। ਇਹਨੂੰ ਬਾਣੀ ਨੇ ਕਿਹਾ ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ। ਜੋਤ ਦਾ ਰਿਸ਼ਤਾ ਹੈ। ਥੋੜਾ ਜ਼ਿਕਰ ਆ ਰਿਹਾ ਨਾ ਇੱਥੇ ਕਿ ਆਪਣੇ ਪੱਲੇ ਕੁਝ ਪਾ ਤਾਂ ਕਿਸੇ ਨੂੰ ਦੇਣ ਦੇ ਕਾਬਿਲ ਹੋਏਗਾ। ਇਹ ਆਪ ਨਾਮ ਧਿਆ ਤੇ ਵੰਡੇਗਾ ਕਿੱਥੋਂ? ਪਰਿਵਾਰ ਤੋਂ ਹੀ ਸ਼ੁਰੂ ਕਰੇਗਾ। ਕੋਲ ਹੈ ਆਪਣੇ ਪਾਰਟਨਰ ਨੂੰ ਦੇਏਗਾ, ਪਾਰਟਨਰ ਤੋਂ ਲਏਗਾ, ਫਿਰ ਇੱਥੇ ਹੀ ਨਹੀਂ ਅੱਗੇ ਆਉਣ ਵਾਲੀਆਂ ਜਨਰੇਸ਼ਨ ਨੂੰ ਦੇਏਗਾ, ਆਂਢ ਗੁਆਂਢ ਵੰਡੇਗਾ, ਇੱਥੋਂ ਹੀ ਰਿਫਲੈਕਟ ਹੋਏਗੀ ਚੀਜ਼। ਸੋ ਸਾਹਿਬ ਨੇ ਕਿਹਾ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਜਨਮ ਮਰਨ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਹੰਕਾਰ ਦਾ ਭਰਿਆ ਹੋਇਆ ਤੋਦਾ ਹੈ ਬੰਦਾ। ਮਤਲਬ ਮਾਫੀ ਮੰਗਾਂਗਾ ਵੀ
ਆਪਣੇ ਅੰਦਰ ਝਾਤ ਮਾਰ ਕੇ ਵੇਖੇ ਹੈ ਕੁਝ ਵੀ ਨਹੀਂ। ਹਾਂ, ਹੰਕਾਰ ਬੇਤਹਾਸ਼ਾ ਭਰਿਆ ਪਿਆ। ਸਾਹਿਬ ਕਹਿੰਦੇ ਨਾਮ ਵਾਲੇ ਰਾਹ ਤੇ ਤੁਰ, ਆਪਣੀ ਹਸਤੀ ਨੂੰ ਮਿਟਾ, ਤੇ ਫਿਰ ਤੈਨੂੰ ਪਤਾ ਲੱਗੇਗਾ ਕਿ ਤੇਰੇ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮਾੜੇ ਕਰਮਾਂ ਦੀ ਮੈਲ ਉਸ ਨਾਮ ਦੀ ਕਿਰਪਾ ਨਾਲ ਲੈ ਜਾਏਗੀ। ਤੇ ਜਿਹੜਾ ਗੁਮਾਨ ਹੈ ਨਾ ਵੀ ਪਤਾ ਨਹੀਂ ਕੀ ਤੋਪ ਬਣਿਆ ਆਪਣੇ ਆਪ ਦੇ ਵਿੱਚ, ਇਹ ਜਿਹੜਾ ਗੁਮਾਨ ਸਿਰ ਤੋਂ ਹਲਕਾ ਹੋਏਗਾ। ਫਿਰ ਇੱਥੇ ਨਹੀਂ ਕਾਮ ਕ੍ਰੋਧ ਨਾ ਮੋਹੀਆ ਬਿਨਸੈ ਲੋਭ ਸੁਆਨ ਵਾਸ਼ਨਾ ਕ੍ਰੋਧਾ ਬਿਰਤੀ। ਤੇ ਲੋਭ ਨੂੰ ਸੁਆਨ ਕਿਆ, ਕੁੱਤੇ ਦੀ ਬਿਰਤੀ। ਸਾਹਿਬ ਜ਼ਿਕਰ ਕਰਦੇ ਨਾ ਕਿ ਲੋਭੀ ਜੰਤ ਨਾ ਜਾਣਹੀ ਭੱਖ ਅਭੱਖ ਸਭ ਖਾਏ ਵਾਲੀ ਜਿਹੜੀ ਬਾਤ ਹੈ, ਜਦੋਂ ਜਿਉਂ ਕੂਕਰ ਹਰਕਾਇਆ ਧਾਵੈ ਦਹਿਨ ਦਿਸ ਜਾਏ। ਜਿਵੇਂ ਕੁੱਤਾ ਹੁੰਦਾ ਹੈ ਨਾ, ਉਹ ਮਤਲਬ ਨੂੰ ਹਲਕ ਪਿਆ ਹੁੰਦਾ ਹਰ ਵਕਤ, ਵੀ ਮੂੰਹ ਮਾਰਦਾ ਫਿਰਦਾ ਚਾਰ ਚਪੇਰੇ। ਐਗਜ਼ੈਕਟਲੀ ਇਹ ਹਾਲਤ ਲੋਭ ਦੀ ਹਾਲਤ 'ਚ ਹੈ। ਅੱਜ ਆਪ ਅਹਿਸਾਸ ਕਰੋ, ਕੋਈ ਐਥੀਕਲੀ ਕਿਤੇ ਬੰਦਾ ਖੜਾ ਨਹੀਂ ਹੋ ਰਿਹਾ। ਮੈਂ ਤੇ ਬੜੇ ਨੇੜਲੇ ਲੋਕਾਂ ਨੂੰ ਦੇਖ ਰਿਹਾ ਕਿ ਗੱਲਾਂ ਹੁੰਦੀਆਂ ਨੇ, ਅੱਛਾ ਭੰਗ ਨਹੀਂ 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 ਨਹੀਂ, ਬੱਚਾ ਸਾਡਾ ਭੰਗ ਕਿਉਂ ਪੀਏ। ਅੱਛਾ ਆਪ 2 ਲੱਖ ਦੇ ਸ਼ੇਅਰ ਖਰੀਦ ਕੇ ਬੈਠੇ ਨੇ, ਭਾਈ ਸਾਹਿਬ 50,000 ਦੇ ਖਰੀਦੇ ਸੀ, 1.5 ਲੱਖ ਦੇ ਹੋ ਗਏ ਨੇ। ਕਾਹਦੇ ਨੇ? ਭੰਗ ਦੀ ਕੰਪਨੀ ਦੇ ਸ਼ੇਅਰ ਨੇ। ਅਜੀਬ ਹਾਲਤ ਹੈ। ਕੋਈ ਤੇ ਐਥੀਕਲੀ ਸਟੈਂਡ ਹੋਣਾ ਚਾਹੀਦਾ। ਮਤਲਬ ਹਕੀਕਤ ਇਹ ਹੈ, ਮੈਂ ਜ਼ਹਿਰ ਨਹੀਂ ਖਾਣਾ, ਮੇਰੇ ਬੱਚੇ ਨਹੀਂ ਖਾਣਗੇ, ਪਰ ਹਾਂ ਸੁਸਾਇਟੀ 'ਚ ਹੋਣਾ ਚਾਹੀਦਾ ਹੈਗਾ। ਮਤਲਬ ਕਿਆ ਅਜੀਬ ਦਸ਼ਾ ਹੈ। ਲੋਭ ਸੁਆਨ ਇਹ ਹੈ। ਸਾਹਿਬ ਕਹਿੰਦੇ ਇੱਥੇ ਜਾ ਕੇ ਫਿਰ ਬੰਦੇ ਨੂੰ ਜਿਹੜਾ ਸਟੈਂਡ ਕਰਨਾ ਆ ਜਾਂਦਾ ਹੈਗਾ। ਅਗਲਾ ਵਾਕ ਲਿਖਿਆ, ਸੱਚਾ ਮਾਰਗ ਚਲਦੇ ਆ ਉਸਤਤ ਕਰੇ ਜਹਾਨ। ਰਾਹ ਸਹੀ ਹੋਏ, ਜਹਾਨ ਸੋਲਿਊਟ ਨਾ ਕਰੇ, ਐਸਾ ਹੋ ਨਹੀਂ ਸਕਦਾ। ਤੁਹਾਡੀ ਚੋਇਸ ਸਹੀ ਹੋਏ, ਕਰਤਾਰ ਦੀ ਕੁਦਰਤ ਤੁਹਾਡੇ ਵਾਸਤੇ ਹਰ ਤਰ੍ਹਾਂ ਦੀ ਇੱਜ਼ਤ ਤੁਹਾਡੇ ਵਾਸਤੇ ਆਫਰੀਨ ਕਰੇਗੀ। ਅਗਲਾ ਬਾਤ ਲਿਖਿਆ, 68 ਤੀਰਥ ਸਗਲ ਪੁੰਜੀ ਦਇਆ ਪ੍ਰਵਾਨ। ਲੋਕੀ ਤੀਰਥਾਂ ਤੇ ਭਜਦੇ, ਮਹਾਰਾਜ ਨੇ ਕਿਹਾ ਤੇਰੇ ਅੰਦਰ ਕੰਪੈਸ਼ਨੇਟ ਹੋਣਾ, ਦਿਆਲੂ ਸੁਭਾਅ ਲੈ ਆ, ਬਾਕੀ ਸਭ ਤੀਰਥ ਆਪਣੇ ਆਪ ਪੁੱਗ ਜਾਣਗੇ ਤੇਰੇ। ਭਾਵ ਤੈਨੂੰ ਬਾਹਰ ਭਟਕਣ ਦੀ ਲੋੜ ਨਹੀਂ ਹੈ। ਅਗਲਾ ਵਾਕ ਲਿਖਿਆ, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਪਰ ਸਾਡੇ ਵੱਸ ਦੀ ਖੇਡ ਨਹੀਂ। ਇਹ ਸੁਜਾਨਤਾ ਦਾ ਰੰਗ ਕਰਤਾਰ ਆਪ ਨਵਾਜਣ ਵਾਲਾ ਜੀ, ਉਹ ਬਖਸ਼ੇ ਤਾਂ ਮਿਲੇਗਾ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨੂੰ ਕੁਰਬਾਨ। ਹੈ ਨਾਨਕ, ਜਿਨ੍ਹਾਂ ਨੇ ਪ੍ਰਭੂ ਦੇ ਸਰਾਹ ਨੂੰ ਪ੍ਰਾਪਤ ਕਰ ਲਿਆ, ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਬਿਲਕੁਲ ਅੰਤਲੀ ਲਾਈਨ ਹੈ, ਮਾਘ ਸੁੱਚੇ ਸੇ ਕਾਂਢੀਆਂ ਜਿਨ ਪੂਰਾ ਗੁਰੂ ਮਿਹਰਬਾਨ। ਉਹ ਵਾਕਿਆ 'ਚ ਹੀ ਇਸ ਜੀਵਨ ਰੂਪੀ ਮਾਘ ਵਿੱਚ ਆਪਣੇ ਆਪ ਨੂੰ ਸੁੱਚੇ ਬਣਾ ਕੇ ਕੱਢ ਲੈਂਦੇ ਨੇ। ਭਾਵ ਜੀਵਨ ਦੀ ਸੁੱਚਮਤਾ ਨੂੰ ਧਾਰਨ ਕਰ ਲੈਂਦੇ ਨੇ। ਜਿਨ ਪੂਰਾ ਗੁਰੂ ਮਿਹਰਬਾਨ, ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰਾਮਤ ਕਰਦਾ ਹੈ। ਮਹਾਰਾਜ ਬਖਸ਼ਿਸ਼ ਕਰਨ। ਖਿਦਰਾਣੇ ਦੀ ਉਸ ਢਾਬ ਦੇ ਉੱਤੇ ਸ਼ਹਾਦਤਾਂ ਪਾਉਣ ਵਾਲੇ ਉਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਕੋਟਾਨ ਕੋਟ ਨਮਨ ਕਰਦੇ ਹਾਂ। ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਤੇ ਉਹਨਾਂ ਸਿੱਖਾਂ ਦੇ ਦਰਸਾਏ ਹੋਏ ਜੀਵਨ ਰਾਹ ਦੇ ਉੱਤੇ ਅਸੀਂ ਸਾਰੇ ਤੁਰ ਸਕੀਏ। ਇਹਨਾਂ ਪਾਵਨ ਸੰਦੇਸ਼ਾਂ ਦਾ ਅਸਰਾਰ ਸਾਡੇ ਜ਼ਹਿਨੀ ਜੀਵਨ ਤੇ ਹੋ ਸਕੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।